ਸਤਿ ਸ਼੍ਰੀ ਅਕਾਲ। ਲੋਕ ਰਣ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ। ਗਰਗ ਸਾਹਿਬ ਜੀ ਆਇਆਂ। ਸ਼ੁਕਰੀਆ ਜੀ ਬਹੁਤ। ਗਰਗ ਸਾਹਿਬ ਐਵੇਂ ਕਹੀ ਜਾਂਦੇ ਆ ਕਿ ਸਿਆਸਤਦਾਨ ਕੁਰਸੀਆਂ ਤੇ ਬੈਠੇ ਹੁੰਦੇ ਨੇ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਜੇ ਬਣੇ ਉਹ ਤਾਂ ਐਂ ਲੱਗਦਾ ਕਿ ਭ੍ਰਿਸ਼ਟਾਚਾਰ ਦੇ ਉੱਤੇ ਬੈਠੇ। ਵੱਡੀਆਂ ਵੱਡੀਆਂ ਖਬਰਾਂ ਨਿਕਲ ਕੇ ਆਈਆਂ, ਹਜ਼ਾਰਾਂ ਕਰੋੜਾਂ ਦੇ ਸਕੈਮ ਦੱਸੇ ਜਾ ਰਹੇ ਨੇ। ਹਾਲਾਂਕਿ ਕੁਛ ਕੁ ਚਿਹਰਿਆਂ ਦੇ ਤੇ ਹੀ ਹਜੇ ਫੋਕਸ ਕੀਤਾ ਗਿਆ, ਉੱਥੇ ਹੀ ਸਕੈਮ ਵੱਡੇ ਵੱਡੇ। ਫਿਰ ਤੁਸੀਂ ਪੂਰੇ ਪੰਜਾਬ ਦੀ ਗੱਲ ਕਰ ਲਓ, ਬਿਊਰੋਕ੍ਰੇਟਿਕ ਜਿਹੜਾ ਸਿਸਟਮ ਹੈਗਾ ਇਹਦੀ ਗੱਲ ਕਰ ਲਓ, ਉਸ ਤੋਂ ਬਾਅਦ ਤੁਸੀਂ ਦੇਸ਼ ਲੈਵਲ ਤੇ ਲਾ ਲਓ ਕਿ ਫਿਰ ਕਿੱਡੇ ਕਿੱਡੇ ਸਕੈਮ ਹੁੰਦੇ ਹੋਣਗੇ। ਭ੍ਰਿਸ਼ਟਾਚਾਰ ਤੇ ਰਾਜਨੀਤੀ ਦਾ ਇੱਕ ਆਪਸ ਦੇ ਵਿੱਚ ਗੂੜਾ ਸੰਬੰਧ ਬਣ ਗਿਆ, ਜੋ ਭ੍ਰਿਸ਼ਟਾਚਾਰ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਫੜੋ-ਫੜੀ ਜਾ ਰਹੀ। ਜਿਵੇਂ ਪਹਿਲਾਂ ਸਾਧੂ ਸਿੰਘ ਧਰਮਸੋਤ, ਫਿਰ ਸੰਗਤ ਸਿੰਘ ਗਿੱਲ ਜੀ, ਉਹਨਾਂ ਨੂੰ ਹਾਈਕੋਰਟ ਤੋਂ ਰਾਹਤ, ਤੇ ਹੁਣ ਫਿਰ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ, ਫਿਰ ਇੱਕ AFSO ਦੀ ਐਂਟਰੀ ਹੁੰਦੀ ਹੈ। ਉਹ ਕਹਿੰਦੇ ਕਿ 2500 ਕਰੋੜ ਦਾ ਨਹੀਂ, ਇਹ ਜੋ ਸਕੈਮ ਹੈਗਾ ਇਹ ਤਾਂ 25,000 ਕਰੋੜ ਦਾ। ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਇੱਕ 5 ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਗਈ ਸੀ, ਸਿਰਾ-ਸਿਰੀ ਆਕੜ-ਆਕੜੀ ਪ੍ਰੋਜੈਕਟ। ਉਹਦੇ ਚ ਦੱਸਿਆ ਜਾਂਦਾ ਕਿ ਵੱਡਾ ਸਕੈਮ ਹੋ ਗਿਆ, 5 ਪਿੰਡਾਂ ਦੀ ਪੰਚਾਇਤ ਸਸਪੈਂਡ ਹੋ ਗਈ, ਕਈ ਜੋ ਹੈਗੇ ਨੇ ਸਰਪੰਚ ਉਹ ਗ੍ਰਿਫਤਾਰ ਹੋ ਗਏ, ਵਿਜੀਲੈਂਸ ਫੜ ਕੇ ਲੈ ਗਈ ਉਹਨਾਂ ਨੂੰ। ਪੰਚਾਇਤਾਂ ਸਸਪੈਂਡ ਹੋਣ ਤੋਂ ਬਾਅਦ ਵੱਡੇ ਵੱਡੇ ਅਧਿਕਾਰੀਆਂ ਤੇ ਕਾਰਵਾਈਆਂ ਹੋ ਗਈਆਂ। ਜੋ ਭ੍ਰਿਸ਼ਟਾਚਾਰ ਦਾ ਪੂਰਾ ਇੱਕ ਤਾਣਾ ਬਾਣਾ ਹੈਗਾ, ਕਿਵੇਂ ਤੁਸੀਂ ਇਹਨੂੰ ਐਕਸਪਲੇਨ ਕਰੋਗੇ ਇਕੱਲੀ ਇਕੱਲੀ ਗੱਲ? ਗੁਰਜਿੰਦਰ ਸਿੰਘ ਜੀ, ਜਿਹੜਾ ਸਾਡਾ ਸਿਸਟਮ ਹੈ, ਸਾਡੇ ਰਾਜ ਕਰਨ ਦੀ ਪ੍ਰਣਾਲੀ ਹੈ, ਇਹਦੇ ਵਿੱਚ ਜੋ ਤੁਸੀਂ ਕਿਹਾ ਹੈ ਵੀ ਭ੍ਰਿਸ਼ਟਾਚਾਰ ਦਾ ਸਿਆਸਤਦਾਨ, ਬਿਊਰੋਕਰੇਟ ਤੇ ਹੋਰ ਬਿਜ਼ਨਸਮੈਨ ਈਵਨ ਕਈ ਜਗ੍ਹਾ ਤੇ ਜਿਨ੍ਹਾਂ ਦੇ ਆਪਦੇ ਕੰਮ ਕਰਨੇ, ਸਾਰਾ ਇੱਕ ਦੂਜੇ ਨਾਲ ਜਾਂ ਮਾਫੀਆ ਸਿਆਸਤਦਾਨ ਤੇ ਬਿਊਰੋਕਰੇਟ ਜਾਂ ਅਫਸਰਸ਼ਾਹੀ ਕਹਿ ਲਓ, ਇਹ ਸਭ ਰਲੇ ਹੋਏ ਨੇ। ਇਹਦੇ ਵਿੱਚੋਂ ਜਿਹੜਾ ਕੋਈ ਇਮਾਨਦਾਰ ਹੈ, ਚਾਹੇ ਉਹ ਪੋਲੀਟੀਸ਼ੀਅਨ ਇਮਾਨਦਾਰ ਹੈ, ਚਾਹੇ ਉਹ ਬਿਊਰੋਕਰੇਟ ਇਮਾਨਦਾਰ ਹੈ, ਚਾਹੇ ਉਹ ਕੋਈ ਬਿਜ਼ਨਸਮੈਨ ਜਾਂ ਕੋਈ ਕੰਮ ਕਰਾਉਣ ਵਾਲਾ ਇਮਾਨਦਾਰ ਹੈ, ਉਹ ਇਹਦੇ ਵਿੱਚ ਪੀੜਤ ਹੈ, ਕਿਉਂਕਿ ਉਹਦੀ ਕੋਈ ਸੁਣਦਾ ਨਹੀਂ। ਦੂਜੀ ਗੱਲ, ਉਹਨੂੰ ਬਣ ਕੇ ਜ਼ਿਆਦਾ ਫਸਾਇਆ ਜਾਂਦਾ ਹੈ। ਹੁਣ ਜਿਹੜਾ ਪਹਿਲਾਂ ਇਹ ਰਲ ਕੇ ਕਰਦੇ ਸੀ, ਹੁਣ ਜਿਹੜਾ ਦੁਖਾਂਤ ਹੋ ਗਿਆ ਉਹ ਵੱਡਾ ਇਹ ਹੋ ਗਿਆ ਵੀ ਇਹ ਰਲ ਕੇ ਕਰਨ ਨੂੰ ਤਿਆਰ ਨਹੀਂ ਹੈਗੇ। ਹੁਣ ਇਹ ਕਹਿੰਦੇ ਵੀ ਅਸੀਂ ਹੀ ਕਰੀਏ, ਬਾਕੀ ਨਾ ਕਰੇ ਕੋਈ, ਜਿਹਦੇ ਕਰਕੇ ਜਿਹੜੀ ਸਰਕਾਰ ਪਾਵਰ 'ਚ ਹੁੰਦੀ ਆ ਉਹ ਦੂਜਿਆਂ ਨੂੰ ਫੜਨ ਦੀ ਗੱਲ ਕਰਕੇ, ਜਦ ਪਾਵਰ 'ਚ ਹੁੰਦੀ ਆ ਉਹ ਖੁੱਲ੍ਹੇਆਮ ਕਰਦੀ ਹੈ, ਦੂਜਿਆਂ ਦੀ ਗੱਲ ਸੁਣਦੀ ਨਹੀਂ। ਅਤੇ ਜਦ ਦੂਜੇ ਆਉਂਦੇ ਨੇ ਉਦੋਂ ਕਈ ਵਾਰੀ ਦੇਖ ਕੇ ਟਿੱਖੇ ਕੱਢਦੇ ਨੇ। ਪੰਜਾਬ 'ਚ ਭਾਵੇਂ ਇਹ ਗੱਲ ਨਾ ਵੀ ਲੱਗੇ ਕਿ ਵੀ ਇਹ ਜਾਣ-ਬੁੱਝ ਕੇ ਕੋਈ ਕਾਂਗਰਸੀਆਂ ਨੂੰ ਫਸਾਉਣ ਦੀ ਗੱਲ ਹੋ ਰਹੀ ਹੈ, ਹਾਲਾਂਕਿ ਭ੍ਰਿਸ਼ਟਾਚਾਰ ਕੱਢਾ ਕਾਂਗਰਸ ਦੇ ਰਾਜ 'ਚ ਨਹੀਂ ਹੋਇਆ। ਭ੍ਰਿਸ਼ਟਾਚਾਰ ਤਾਂ ਜਿਹੜਾ ਉਦੋਂ ਪਹਿਲਾਂ 10 ਸਾਲ ਅਕਾਲੀ BJP ਰਾਜ ਰਿਹਾ ਉਹਦੇ 'ਚ ਵੀ ਹੋਇਆ। ਉਹਦੇ 'ਚ ਅਜੇ ਤੱਕ ਕੋਈ ਗੱਲ ਉਸ ਤਰੀਕੇ ਨਾਲ ਸਾਹਮਣੇ ਨਹੀਂ ਲਿਆਂਦੀ ਜਾ ਰਹੀ, ਜਿਹਦੇ ਵਿੱਚ ਕਿਤੇ ਨਾ ਕਿਤੇ ਇਸ ਕਰਕੇ ਸ਼ੰਕੇ ਵੀ ਪੈਦਾ ਹੁੰਦੇ ਨੇ ਕਿ ਵੀ ਇਹ ਕੀ ਹੈ। ਦੂਜਾ, ਇਹ ਜਿਵੇਂ ਵੀ ਸਾਧੂ ਸਿੰਘ ਧਰਮਸੋਤ ਵਾਲੀ ਗੱਲ ਤੁਸੀਂ ਕਹੀ, ਉਹਦੇ ਜਿਹੜਾ ਸ਼ੈਡਿਊਲਡ ਕਾਸਟ ਵਿਦਿਆਰਥੀਆਂ ਦੇ ਸਕਾਲਰਸ਼ਿਪ ਦਾ ਸਕੈਮ ਸੀ, ਉਹਦੇ ਵਿੱਚ ਜਿਹੜੇ IAS ਅਫਸਰ ਨੇ ਇਨਕੁਆਇਰੀ ਕਰੀ ਸੀ, ਉਹ ਖੁਦ ਵੀ ਕਹਿੰਦਾ ਸੀ ਮੈਂ 55 ਕਰੋੜ ਕੇ 50 ਕਰੋੜ ਰੁਪਇਆ ਵੰਡਦਾ ਕੁਝ ਦਿਨਾਂ 'ਚ ਹੀ, ਅਤੇ 7-8 ਦਿਨਾਂ 'ਚ ਹੀ, ਉਹ ਵੀ 3 ਸਾਲ ਪੁਰਾਣੇ ਵਿਦਿਆਰਥੀਆਂ ਨੂੰ, 4 ਸਾਲ ਨੂੰ। ਉਹ ਕਿਵੇਂ ਵੰਡਿਆ, ਕਿੱਥੇ ਗਿਆ, ਕਿਹਨੂੰ ਮਿਲਿਆ, ਕਿਹਨੂੰ ਨਹੀਂ ਮਿਲਿਆ, ਉਹ ਆਪਣੇ ਆਪ 'ਚ ਇੱਕ ਸਕੈਮ ਹੈ। ਕਿਉਂਕਿ ਉਹਨੇ ਕਿਤੇ 55 ਕਰੋੜ ਲਿਖਿਆ, 50 ਕਰੋੜ ਲਿਖਿਆ, ਦੂਜੀ ਜਗ੍ਹਾ 'ਤੇ 50 ਕਰੋੜ ਤੇ 84 ਲੱਖ ਲਿਖਿਆ। ਸੋ 1 ਕਰੋੜ ਦਾ ਤਾਂ ਗਾਇਬ, 84 ਲੱਖ ਦਾ ਤਾਂ ਗਵਨ ਹੋ ਹੀ ਗਿਆ ਨਾ ਉਹਦੇ 'ਚ ਕਿਤੇ ਨਾ ਕਿਤੇ। ਜੇ ਆਪਦੀ ਰਿਪੋਰਟ 'ਚ ਉਹ 2 ਫਿਗਰ ਵੱਖਰੀ ਲਿਖਦਾ ਹੈ, ਉਦੋਂ ਤੋਂ ਹਰ ਚੀਜ਼ ਬਾਰੇ ਉਹਨੇ ਫਿਗਰਸ ਵੱਖਰੀਆਂ ਲਿਖੀਆਂ ਨੇ। ਇੱਕ ਪਹਿਲੇ 'ਚ ਕੋਈ ਹੋਰ ਲਿਖੀ ਹੈ, ਦੂਜੇ 'ਚ ਹੋਰ ਲਿਖੀ ਹੈ, ਜੀ ਤੋਂ ਇਹ ਪਤਾ ਲੱਗਦਾ ਵੀ ਉਹਨੇ ਤਾਂ ਇਨਕੁਆਇਰੀ ਕਿਸੇ ਖਾਸ ਮਕਸਦ ਨਾਲ ਕਰੀ ਲੱਗਦੀ ਹੈ। ਉਹ ਤਾਂ ਜਿਹੜੇ ਮੋਟੇ ਤੱਥ ਨੇ ਉਹਨਾਂ ਦਾ ਵੀ ਧਿਆਨ ਨਹੀਂ ਦੇ ਸਕਿਆ, ਪਰ ਉਹਨੂੰ ਅਜੇ ਤੱਕ ਕਿਸੇ ਨੇ ਕੁਛ ਨਹੀਂ ਕਿਹਾ, ਨਾ ਉਹਦੀ ਕੋਈ ਪੁੱਛ-ਗਿੱਛ ਹੋਈ ਹੈ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਭ੍ਰਿਸ਼ਟਾਚਾਰ ਦੇ ਨਾਂ ਦੇ ਉੱਤੇ ਵੀ ਦੂਜੇ ਪਾਸੇ ਇੱਕ ਵਾਈਸ ਚਾਂਸਲਰ ਦਾ ਆਪਾਂ ਨੂੰ ਪਤਾ ਹੀ ਜੋ ਹਸ਼ਰ ਕਰਿਆ ਗਿਆ। ਸੋ ਮੈਨੂੰ ਐਂ ਲੱਗਦਾ ਵੀ ਭ੍ਰਿਸ਼ਟਾਚਾਰ ਜਾਂ ਇਨਐਫੀਸ਼ੀਐਂਸੀ, ਜਿਹਨੂੰ ਕਹਿੰਦੇ ਆ ਵੀ ਕਾਰਜ ਕੁਸ਼ਲਤਾ ਚੰਗੀ ਨਹੀਂ ਹੈ ਕੰਮ ਕਰਨ 'ਚ, ਕੰਮ ਦੇ ਵਿੱਚ ਨੁਕਸ ਪਏ ਨੇ, ਉਹਦੇ ਕਰਕੇ ਵੀ ਜਿਹੜੇ ਜੇ ਕੋਈ ਐਕਸ਼ਨ ਲਿਆ ਜਾ ਰਿਹਾ ਹੈ ਉਹਦੇ 'ਚ ਵੀ ਅਜੇ ਇਹ ਨਹੀਂ ਇਹ ਕਹਿਣਾ ਮੁਸ਼ਕਿਲ ਹੈ ਵੀ ਇਹ ਬਿਲਕੁਲ ਹੀ ਨਿਰਪੱਖਤਾ ਨਾਲ ਲਿਆ ਜਾ ਰਿਹਾ ਹੈ। ਪਰ ਉਂਝ ਕੋਸ਼ਿਸ਼ ਦੇਖਣ ਤੋਂ ਲੱਗਦੀ ਹੈ ਵੀ ਸ਼ਾਇਦ ਇਹ ਨਿਰਪੱਖਤਾ ਨਾਲ ਹੋਵੇ, ਪਰ ਕਈ ਗੱਲਾਂ ਅਜੇ ਤੰਦਾਂ ਜੋੜਨ ਦੀ ਲੋੜ ਹੈ। ਕੇਂਦਰ ਦਾ ਸਿੱਧਾ ਹੀ ED ਦੀ ਵਰਤੋਂ ਕਰਦਾ ਹੈ। ਕੇਂਦਰ ਨੇ ਤਾਂ ਕਿਸੇ ਚੀਜ਼ ਦੇ ਉੱਤੇ ਛੱਡਿਆ ਨਹੀਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਪ ਹੋਵੇ, ਕੋਈ ਵੀ ਹੋਵੇ, ਉਹਦੇ ਉੱਤੇ ਆਪਣਾ ED ਦੀ ਵਰਤੋਂ ਕਰਨ ਦੇ ਵਿੱਚ ਉਹਨੂੰ ਕੋਈ ਗਰੇਜ ਨਹੀਂ ਹੈ। ਜਿਹੜੇ ਬੰਦੇ ਆ, ਹੁਣ ਬਿਹਾਰ 'ਚ ਆਪਾਂ ਨੂੰ ਪਤਾ ਹੈ ਜੋ ਕੁਛ ਹੋਇਆ, ਉੱਥੇ ਹੁਣ ED ਦੀ ਵਰਤੋਂ ਹੋ ਰਹੀ ਹੈ। ਜਿੱਥੇ ਵੀ ਜਿਹੜਾ ਵੀ ਤੁਹਾਡੇ ਨਾਲ ਮਤਭੇਦ ਆ ਉਹਨੂੰ ਫੜ ਕੇ ਅੰਦਰ ਕਰ ਦਿਓ। ਔਰ ਸਰਕਾਰੀ ਸਿਸਟਮ ਦੇ ਵਿੱਚ, ਮੈਂ ਸਰਕਾਰ 'ਚ ਰਿਹਾ, ਸਰਕਾਰੀ ਸਿਸਟਮ 'ਚ ਤੁਹਾਡਾ ਜਮਾਂ ਹੀ ਕਸੂਰ ਨਾ ਹੋਵੇ ਤਾਂ ਵੀ ਤੁਹਾਨੂੰ ਅੰਦਰ ਕੀਤਾ ਜਾ ਸਕਦਾ ਹੈ। ਕਿਉਂ?
ਕਿਉਂਕਿ ਤੁਹਾਡਾ ਉਤਲਾ ਇਹ ਕਹਿੰਦਾ ਵੀ ਮੈਂ ਇਹ ਗੱਲ ਨੂੰ ਮੰਨਦਾ ਨਹੀਂ ਜਿਵੇਂ ਇਹਨਾਂ ਨੇ ਕਰੀ ਹੈ, ਕਹਿੰਦੇ ਹੀ ਹੈ ਨਾ ਵੀ ਮੈਨੂੰ ਇਹ ਗਲਤ ਲੱਗਦੀ ਹੈ। ਔਰ ਉਹ ਗਲਤ ਲੱਗਣ ਦਾ ਕੋਈ ਉਹਨੇ ਸਬੂਤ ਨਹੀਂ ਦੇਣਾ ਫਾਈਲ ਤੇ ਵੀ ਕਿ ਉਹਨੇ ਕਹਿੰਦਾ ਮੈਨੂੰ ਗਲਤ ਲੱਗਦੀ ਹੈ ਇਸ ਕਰਕੇ ਮੈਂ ਕਰਤਾ, ਥੱਲੇ ਵਾਲੇ ਲੰਮਡੇਟ ਹੋ ਜਾਂਦੇ ਵੀ ਚੰਗਾ ਜੀ ਐਂ ਕਰ ਦਿਓ। ਸੋ ਜੇ ਇਸ ਤਰ੍ਹਾਂ ਇਹਨੂੰ ਅਸੀਂ ਕਹਿੰਦੇ ਆਰਬੀਟਰੇਰੀ, ਮਨਮਰਜ਼ੀ ਨਾਲ ਜੇ ਇਸ ਤਰ੍ਹਾਂ ਮੰਦਭਾਵ ਨਾਲ ਜੇ ਕੋਈ ਕੰਮ ਹੋਣੇ ਸ਼ੁਰੂ ਹੋ ਜਾਣ ਤਾਂ ਉਹਦੇ ਤੇ ਜਿਹੜੇ ਬਿਨਾਂ ਮੰਦਭਾਵਨਾ ਦੇ ਵੀ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਸ਼ੰਕੇ ਜ਼ਾਹਰ ਕਰੀ ਜਾਂਦੇ ਨੇ। ਹੁਣ ਜਿਵੇਂ ਆਪਾਂ ਮੌਜੂਦਾ ਸਥਿਤੀ ਨੂੰ ਜੇ ਲਈਏ, ਜੇ ਕੇਂਦਰ ਦੇ ਵਿੱਚ ਇੱਕ ਮੰਤਰੀ ਇਹਨਾਂ ਦੇ ਜੈਨ ਸਾਹਿਬ ਅੰਦਰ ਨੇ, ਦੂਜੇ ਸਿਸੋਦੀਆ ਜੀ ਦੇ ਉੱਤੇ ਕੇਸ ਇਹ ਸ਼ਰਾਬ ਦੀ ਨੀਤੀ ਦੇ ਕਰਕੇ ਬਣਾਇਆ ਜਾ ਰਿਹਾ ਹੈ, ਜਿਹਦੇ ਤੇ ਸਵਾਲ ਖੜੇ ਕਰੇ ਜਾ ਰਹੇ ਨੇ, ਪਹਿਲਾਂ ਕੇਜਰੀਵਾਲ ਜੀ ਤੇ ਉਹ ਕਰਿਆ ਗਿਆ ਸੀ, ਤਾਂ ਇੱਥੇ ਕਾਂਗਰਸੀਆਂ ਤੇ ਕਰੇ ਜਾ ਰਹੇ ਨੇ। ਇਹ ਆਊਟਗੋਇੰਗ ਸਰਕਾਰ ਸੀ, ਇੱਥੇ ਅਕਾਲੀਆਂ ਬੀਜੇਪੀ ਦੇ ਅਜੇ ਉਹ ਗੱਲ ਦੇਖੀ ਨਹੀਂ ਗਈ ਬਿਲਕੁਲ ਹੀ ਵੀ ਕਿੱਥੇ ਕੀ ਸੀ ਕੀ ਨਹੀਂ ਸੀ। ਬਲਕਿ ਲੋਕਾਂ ਦਾ ਦੋਸ਼ ਇਹ ਵੀ ਹੈ ਵੀ ਜਿਹੜਾ ਜ਼ਮਾਨਤਾਂ ਹੋਈਆਂ ਨੇ ਉਹ ਬੇਅਦਬੀ ਕਾਂਡ 'ਚ ਜਾਂ ਨਸ਼ਿਆਂ ਦੇ ਮਾਮਲੇ 'ਚ, ਉਹ ਵੀ ਇਹਨਾਂ ਦਾ ਕਿਤੇ ਨਾ ਕਿਤੇ ਕੋਈ ਗਾਂਢਾ ਸੰਡਾ ਹੈ। ਸੋ ਇਹ ਗੱਲਾਂ ਦੇ ਉੱਤੇ ਜਿਹੜੀ ਸਰਕਾਰ ਆ ਉਹ ਜਵਾਬ ਦੇ ਆ ਲੋਕਾਂ ਨੂੰ, ਦੱਸੇ ਵੀ ਇਹ ਐਂ ਕਿਉਂ ਹੋ ਰਿਹਾ। ਤੁਸੀਂ ਇਹ ਤਾਂ ਹੋ ਨਹੀਂ ਸਕਦਾ ਵੀ 5 ਸਾਲ 'ਚ ਹੀ ਭ੍ਰਿਸ਼ਟਾਚਾਰ ਹੋਇਆ ਹੋਵੇ। ਭ੍ਰਿਸ਼ਟਾਚਾਰ ਤਾਂ ਕਿੰਨੀ ਦੇਰ ਤੋਂ ਚੱਲਦਾ ਸੀ ਔਰ ਸਭ ਨੂੰ ਪਤਾ ਵੀ ਚੱਲਦਾ ਸੀ, ਇਹ ਕੋਈ ਦੋ ਰਾਏ ਨਹੀਂ ਹੈ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਸੋ ਉਹ ਜੇ ਸਾਰਿਆਂ ਨੂੰ ਫੜਨ ਦੇ ਵਾਸਤੇ ਤੁਸੀਂ ਇੱਕ ਪਾਰਟੀ ਦਾ ਇੱਕ ਫੜ ਤੋਂ ਦੂਜੀ ਪਾਰਟੀ ਦਾ ਵੀ ਕੋਈ ਫੜ ਲਓ, ਉਹਦੇ ਵਿੱਚ ਕਿਤੇ ਨਾ ਕਿਤੇ ਸ਼ੰਕੇ ਖੜੇ ਹੁੰਦੇ ਨੇ। ਉਹਦੇ 'ਚ ਬਿਊਰੋਕ੍ਰੇਸੀ ਦਾ ਵੀ ਇਹ ਹੁੰਦਾ, ਬਿਊਰੋਕ੍ਰੇਸੀ ਦੇ ਵੀ ਗਰੁੱਪ ਨੇ, ਕੋਈ ਐਂ ਨਹੀਂ ਹੈ ਵੀ ਬਿਊਰੋਕ੍ਰੇਸੀ ਵੀ ਬਿਲਕੁਲ ਇੱਕੋ ਜਿਹੀ ਹੈ। ਉਹ ਵੀ ਇੱਕ ਦੂਜੇ ਨੂੰ ਥੱਲੇ ਲਾਉਣ ਦੇ ਵਿੱਚ ਵੀ ਹੁੰਦੀ ਹੈ, ਚਾਹੇ ਉਹ ਕੱਚੇ ਤੌਰ 'ਤੇ ਕਹੇ ਚਾਹੇ ਪੱਕੇ ਤੌਰ 'ਤੇ ਕਹੇ ਵੀ ਚੱਲ ਇਹਨੂੰ ਵੀ ਇਹ ਵੀ ਸਾਨੂੰ ਐਂ ਕਰਦਾ ਰਿਹਾ। ਸੋ ਮੈਨੂੰ ਐਂ ਲੱਗਦਾ ਵੀ ਭ੍ਰਿਸ਼ਟਾਚਾਰ ਤਾਂ ਹੋ ਰਿਹਾ, ਭ੍ਰਿਸ਼ਟਾਚਾਰ ਖਤਮ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਇਸ ਸਰਕਾਰ ਨੇ ਪੰਜਾਬ 'ਚ ਸ਼ੁਰੂ ਕਰੀ ਹੈ, ਉਹ ਚੰਗੀ ਵੀ ਹੈ, ਪਰ ਅਜੇ ਉਹਦੇ 'ਚ ਤਾਂ ਗੋਲੇ 'ਚੋਂ ਪੂਣੀ ਵੀ ਨਹੀਂ ਕੱਤੀ ਗਈ। ਉਹ ਤਾਂ ਹੁਣ ਸਮੇਂ ਤੋਂ ਬਾਅਦ ਹੀ ਦੱਸਾਂਗੇ ਵੀ ਇਹ ਮੁਹਿੰਮ ਜਿਹੜੀ ਸੀ ਇਹ ਕਿਸ ਪਾਸੇ ਨਾਲ ਸੀ, ਕਿਵੇਂ ਸੀ, ਕਿਹਨਾਂ ਦਾ ਵਾਅਦਾ ਸੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ, ਉਸ ਪਾਸੇ ਵੱਲ ਨੂੰ ਤੁਰੇ ਹੋਏ ਨੇ। ਉਹਦੇ 'ਤੇ ਵਿਰੋਧੀ ਪਾਰਟੀਆਂ ਤਾਂ ਕਿੰਤੂ ਪਰੰਤੂ ਕਰਨਾ ਹੀ ਹੈ, ਪਰ ਜਦ ਵਿਤਕਰੇਬਾਜ਼ੀ ਹੁੰਦੀ ਹੈ ਉਦੋਂ ਵੀ ਕਈ ਵਾਰੀ ਕਿੰਤੂ ਪਰੰਤੂ ਦੇ ਸਵਾਲ ਖੜੇ ਹੋ ਜਾਂਦੇ ਨੇ। ਸੋ ਇਹਨੂੰ ਆਪਾਂ ਇਹ ਨਾ ਸਮਝੀਏ ਭ੍ਰਿਸ਼ਟਾਚਾਰ ਕਰਦਾ ਇਹ ਨਹੀਂ ਹੁੰਦਾ ਵੀ ਪੈਸੇ ਦਾ। ਭ੍ਰਿਸ਼ਟਾਚਾਰ ਜਿਹੜੇ ਗੈਰ ਹਾਜ਼ਰ ਰਹਿੰਦੇ ਨੇ ਉਹ ਵੀ ਭ੍ਰਿਸ਼ਟਾਚਾਰ ਹੀ ਹੈ, ਜਿਹੜੇ ਲੋਕਾਂ ਦਾ ਕੰਮ ਹੀ ਨਹੀਂ ਕਰਦੇ ਤਨਖਾਹਾਂ ਲਈ ਜਾਂਦੇ ਨੇ ਉਹ ਵੀ ਭ੍ਰਿਸ਼ਟਾਚਾਰ ਹੈ, ਜਿਹੜੇ ਸਰਕਾਰੀ ਜ਼ਮੀਨਾਂ ਨੂੰ ਸਰਕਾਰੀ ਜਾਇਦਾਦਾਂ ਨੂੰ ਕਿਸੇ ਕਾਨੂੰਨ ਦੇ ਤਹਿਤ ਲਿਆ ਕੇ ਆਪਦੇ ਨਿੱਜੀ ਹਿੱਤ ਵਾਸਤੇ ਵਰਤਦੇ ਨੇ, ਨਿੱਜੀ ਹਿੱਤ ਖਰੀਦ ਲੈਂਦੇ ਨੇ, ਉਹ ਵੀ ਭ੍ਰਿਸ਼ਟਾਚਾਰ ਹੀ ਹੈ। ਜੇ ਨਵੇਂ ਚੰਡੀਗੜ੍ਹ ਦੇ ਵਿੱਚ 2 ਤਾਂ ਵੱਡੇ ਉਹ ਬਣੇ ਹੋਏ ਨੇ ਸਥਾਨ, ਹੋਰ ਵੀ ਬਹੁਤ ਸਾਰਿਆਂ ਨੇ ਜਿਹੜੀ ਜੰਗਲਾਤ ਦੀ ਜ਼ਮੀਨ ਸੀ, ਜਿਹੜੀ ਜਿਹਦੇ ਉੱਤੇ ਤੁਸੀਂ ਉਸਾਰੀ ਨਹੀਂ ਹੋ ਸਕਦੀ ਸੀ, ਉੱਥੇ ਤੱਕ ਉਸਾਰੀ ਕਰੀ ਹੋਈ ਹੈ। ਉਹ ਫਾੜਾ ਜਿਨ੍ਹਾਂ ਨੇ ਕਰੀ, ਉਹ ਸਾਰੀਆਂ ਪਾਰਟੀਆਂ ਦੇ ਬੰਦੇ ਸ਼ਾਮਲ ਨੇ ਉਹਦੇ 'ਚ, ਕੋਈ ਇੱਕ ਪਾਰਟੀ ਉਹਦੇ 'ਚੋਂ ਮਾਈਨਸ ਨਹੀਂ ਹੈ। ਸੋ ਉਹਨੂੰ ਦੇਖ ਲੈਣ ਵੀ ਭਾਈ ਇਹ 10-10 ਏਕੜ 20-20 ਏਕੜ 50-50 ਏਕੜ ਕਿਵੇਂ ਲੈ ਲਈ, ਕਿਵੇਂ ਇਹਦੇ ਉੱਤੇ ਤੁਸੀਂ ਆਪਣੀਆਂ ਫੈਕਟਰੀ ਕਿਸੇ ਨੇ ਲਾ ਲਈ, ਕਿਸੇ ਨੇ ਉਹਦੇ ਉੱਤੇ ਪਿੱਛੇ ਜੇ ਮੈਂ ਦੇਖ ਰਿਹਾ ਸੀ ਕਿਸੇ ਨੇ ਉਹ ਬਣਾ ਰੱਖਿਆ ਆਪਣਾ ਮੈਰਿਜ ਪੈਲੇਸ ਟਾਈਪ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਤੁਸੀਂ ਜਿਹੜਾ ਅਸੀਂ ਕਹਿੰਦੇ ਹਾਂ ਪਰਿਆਵਰਨ ਦੇ ਵਾਸਤੇ ਸੰਵੇਦਨਸ਼ੀਲ ਇਲਾਕਾ ਸੀ, ਜੇ ਉਹਦੇ 'ਚ ਤੁਸੀਂ ਵੱਡੀਆਂ ਉਸਾਰੀਆਂ ਕਰਨੀਆਂ ਸ਼ੁਰੂ ਕਰਤੀਆਂ, ਉਹ ਜ਼ਮੀਨਾਂ ਉਹਨਾਂ ਨੇ ਲਈਆਂ ਨੇ ਆਹ ਨਵੇਂ ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜਾ ਹਿੱਸਾ ਹੈਗਾ ਹੈ, ਤਾਂ ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡੀ ਗੱਲ ਹੈ ਜਿਹਦੇ ਉੱਤੇ ਅਜੇ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਦੇ ਵਿੱਚ ਬਿਊਰੋਕਰੇਟਾਂ ਨੇ ਬੜੀ ਵੱਡੀ ਜ਼ਮੀਨ ਉੱਤੇ ਲਈ ਹੋਈ ਆ, ਵੱਡੇ ਵੱਡੇ ਪਲਾਟ ਦੇ ਤੇ ਉਹ ਦੇਖ ਲਓ ਵੀ ਕਿਸ ਪਾਸੇ ਦਿੱਤੇ ਨੇ, ਕਿੰਨੇ ਸਸਤੇ ਦਿੱਤੇ ਨੇ। ਫਿਰ ਉਹ ਕੀ ਕਰਦੇ ਆ, ਬਿਊਰੋਕਰੇਟ ਆਪਦੇ ਵਾਸਤੇ ਵੀ ਲੈਂਦੇ ਆ, MLA ਨੂੰ ਵੀ ਦੇ ਦਿੰਦੇ ਨੇ, ਸਾਰੇ MLA ਵੀ ਲੈਣ ਨੂੰ ਤਿਆਰ ਹੋ ਜਾਂਦੇ ਨੇ। ਕਿਸੇ 'ਚ ਇਹ ਤਿਆਗ ਤਾਂ ਹੈ ਨਹੀਂ ਕਿ ਜੀ ਮੈਂ ਨਹੀਂ ਲੈਣਾ, ਜੋ ਮਰਜ਼ੀ ਹੋ ਜੇ, ਮੈਂ ਤਾਂ ਛੋਟੇ ਮੋਟੇ ਘਰ 'ਚ ਆਪਦੇ ਪਿੰਡ 'ਚ ਹੀ ਰਹੀ ਜਾਊਂਗਾ, ਮੈਂ MLA ਬਣ ਗਿਆ ਲੋਕਾਂ ਦੀ ਲਿਆ ਪਰ ਮੈਂ ਘਰ ਘੁੱਟ ਨਹੀਂ ਲੈਣਾ। ਇਹੀ ਚੀਜ਼ ਤਾਂ ਕਿਸੇ 'ਚ ਹੈ ਨਹੀਂ, ਮੈਨੂੰ ਤਾਂ ਲੱਭੇ ਨਹੀਂ। ਪੁਰਾਣੇ ਤਾਂ ਬੱਸ 'ਚ ਹੀ ਜਾਂਦੇ ਹੁੰਦੇ ਸੀ, ਹੁਣ ਤਾਂ ਕਿਹਨੇ ਬੱਸ 'ਚ ਜਾਣਾ ਹੈ, ਪਰ ਮੈਨੂੰ ਇਹ ਨਹੀਂ ਲੱਭੇ ਜਿਹੜੇ ਕਹਿੰਦੇ ਵੀ ਨਾ ਇਹ ਨਹੀਂ ਮੈਂ ਕਰਾਉਣਾ, ਨਾ ਮੈਂ ਆਪਦੇ ਬੱਚੇ ਦੀ ਕਿਸੇ ਦੀ ਸਿਫਾਰਿਸ਼ ਕਰਨੀ ਹੈ, ਨਾ ਮੈਂ ਕਰਾਉਣੀ ਹੈ, ਨਾ ਮੈਂ ਕੋਈ ਲਾਲਚ ਲੈਣਾ ਹੈ, ਨਾ ਮੈਂ ਕੁਛ ਹੋਰ। ਜਿਹੜੇ ਐਨ ਕਾਨੂੰਨੀ ਤੁਸੀਂ ਕਰੇ ਹੋਏ ਨੇ, ਮੈਂ ਉਹੀ ਚੀਜ਼ਾਂ ਲੈਣੀਆਂ ਨੇ, ਉਦੋਂ ਅਗਲੀ ਖਿਚਵਾਨੀ ਵੀ ਨਹੀਂ ਲੈਣੀ, ਕੋਈ ਚੀਜ਼ ਨਹੀਂ ਲੈਣੀ ਤੁਹਾਡੀ ਇਖਤਿਆਰੀ। ਫਿਰ ਉਹ ਜਿਹਾ ਤਾਂ ਮੈਨੂੰ ਹੁਣ ਲੱਭਦਾ ਨਹੀਂ। ਪੁਰਾਣੇ ਜ਼ਮਾਨੇ 'ਚ ਹੈਗੇ ਸੀ ਜਿਹੜੇ ਕਹਿੰਦੇ ਨਹੀਂ ਜੀ ਇਖਤਿਆਰੀ ਸਤੂਰੀ ਕੋਟੇ ਨਹੀਂ ਅਸੀਂ ਲੈਣੇ, ਇਹ ਤਾਂ ਅਖਤਿਆਰੀ ਕੋਟੇ ਤਾਂ ਇਹਨਾਂ ਨੇ ਆਪ ਹੀ ਬਣਾਏ ਹੋਏ ਨੇ ਆਪਦੇ। ਉਹ ਵੀ ਤਾਂ ਭ੍ਰਿਸ਼ਟਾਚਾਰ ਦਾ ਤਰੀਕਾ ਹੀ ਹੈ ਨਾ, ਵੀ ਇਖਤਿਆਰੀ ਕੋਟੇ ਤੁਸੀਂ ਦਿੰਦੇ ਹੋ। ਸੋ ਮੈਨੂੰ ਐਂ ਲੱਗਦਾ ਹੈ ਵੀ ਸਾਡੇ ਸਿਸਟਮ ਨੂੰ ਸਭ ਤੋਂ ਜ਼ਿਆਦਾ ਜਿਹੜਾ ਖਰਾਬ ਕਰਿਆ ਉਹ ਭ੍ਰਿਸ਼ਟਾਚਾਰ ਨੇ ਕਰਿਆ, ਔਰ ਉਹਦੇ ਵਿੱਚ ਇਹ ਹੈ ਵੀ ਅਸੀਂ ਆਪਦੇ ਆਪ ਵੱਲ, ਜੇ ਗਧੀ ਮਾਰੀ ਸਾਡੇ ਆਨੰਦਕੋਪ ਤਾਂ ਗਧੀ ਮਾਰੀ ਦਾ ਨਹੀਂ ਕੋਈ ਦੋਸ਼। ਜਦ ਬੰਦਾ ਆਪਦਿਆਂ ਨੂੰ ਹੀ ਖਿਲਾਉਣ ਲੱਗ ਜੇ, ਅੰਨਾ ਵੰਡੇ ਸੀਰ ਨਹੀਂ ਮਿਲਕੁਲ ਆਪਣਿਆਂ ਨੂੰ ਦੇ, ਜਦੋਂ ਆਪਣਿਆਂ ਨੂੰ ਦੇਣ ਲੱਗ ਜਾਂਦਾ ਤਾਂ ਭ੍ਰਿਸ਼ਟਾਚਾਰ ਦੀ ਜੜ ਸ਼ੁਰੂ ਹੋ ਜਾਂਦੀ ਹੈ, ਭ੍ਰਿਸ਼ਟਾਚਾਰ ਵਧਣਾ ਸ਼ੁਰੂ ਹੋ ਜਾਂਦਾ। ਭ੍ਰਿਸ਼ਟਾਚਾਰ ਤੁਸੀਂ ਕਿਹਾ ਵੀ ਜਿਹੜਾ ਇੱਕ ਐਡੀਸ਼ਨਲ ਫੂਡ ਸਪਲਾਈ ਅਫਸਰ ਹੈ,
ਇਹਨਾਂ ਦੇ ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲ ਹੁੰਦੇ DFSC, ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ ਤੇ ਡਿਪਟੀ ਫੂਡ ਸਪਲਾਈ ਕੰਟਰੋਲਰ, ਇਹ ਜਿਹੜੇ ਫੂਡ ਸਪਲਾਈ ਮਹਿਕਮਾ ਹੈ ਇਹ ਸਭ ਨੂੰ ਪਤਾ ਹੈ ਵੀ ਡੀਪੂਆਂ ਦੇ ਵਿੱਚ, ਆਟੇ ਦੇ ਡੀਪੂਆਂ 'ਚ, ਕਣਕ ਦੇ ਡੀਪੂਆਂ 'ਚ, ਅੱਗੇ ਤੇਲ ਦੇ ਵੀ ਡੀਪੂ ਸੀਗੇ, ਤੇਲ ਦੇ ਡੀਪੂ ਸਾਰੀ ਠੱਗੀ ਵੱਜਦੀ ਸੀ। ਡੀਪੂਆਂ ਤੋਂ ਪੈਸੇ ਲੈਂਦੇ ਸੀ, ਇਹ ਮਹੀਨੇ ਲੈਂਦੇ ਸੀ। ਕੁਝ ਅੱਧਾ ਸਮਾਨ ਜਿਹੜਾ ਹੁਣ ਵੀ, ਜਿਹੜਾ ਆਟਾ ਦਾਲ ਹੋਰ ਇਹਨਾਂ ਸਕੀਮਾਂ 'ਚ ਵੀ ਬਹੁਤ ਸਾਰਾ ਸਮਾਨ ਹੈ ਜਿਹੜਾ ਉਹ ਮੰਡੀਆਂ ਚਲਾ ਜਾਂਦਾ। ਆਹ ਮਿਡ ਡੇ ਮੀਲ 'ਚ ਜਿਹੜਾ ਜਾਂਦਾ ਉਹ ਵੀ ਬਥੇਰਾ ਸਭ ਮੰਡੀਆਂ 'ਚ ਵਿਕਦਾ ਫੜਿਆ ਗਿਆ, ਚੱਕੀਆਂ 'ਤੇ ਵਿਕਦਾ ਫੜਿਆ ਗਿਆ। ਸੋ ਜੇ ਭ੍ਰਿਸ਼ਟਾਚਾਰ ਤੁਸੀਂ ਹਰ ਪਾਸੇ ਜਿੱਥੇ ਦੇਖੋਗੇ, ਚਾਹੇ ਪੰਚਾਇਤਾਂ ਚਲੇ ਜਾਓ, ਸਿਹਤ ਮਹਿਕਮੇ ਚਲੇ ਜਾਓ, ਉੱਥੇ ਦਵਾਈਆਂ ਖਰੀਦਣ 'ਚ ਭ੍ਰਿਸ਼ਟਾਚਾਰ, ਸਾਜੋ ਸਮਾਨ ਖਰੀਦਣ 'ਚ ਭ੍ਰਿਸ਼ਟਾਚਾਰ, ਉਹਦਾ ਕੋਈ ਅੰਤ ਹੀ ਨਹੀਂ ਹੈ। ਲੋਕਾਂ ਦੇ ਸੈਂਪਲ ਭਰਨ 'ਚ ਭ੍ਰਿਸ਼ਟਾਚਾਰ, ਦਵਾਈਆਂ ਦੀ ਕੁਆਲਿਟੀ ਨਿਰਧਾਰਿਤ ਕਰਨ 'ਚ ਭ੍ਰਿਸ਼ਟਾਚਾਰ। ਸੋ 25-26 ਬਣਾਉਣ 'ਚ, ਲੋਕਾਂ ਦੀਆਂ ਲੜਾਈਆਂ 'ਚ, ਪਰਚੇ ਕੱਟਣ 'ਚ ਭ੍ਰਿਸ਼ਟਾਚਾਰ, ਹਰ ਪਾਸੇ ਉੱਥੇ ਭ੍ਰਿਸ਼ਟਾਚਾਰ ਹੈ। ਇਸੇ ਤਰ੍ਹਾਂ ਤੁਸੀਂ ਜਾ ਰਹੋ DC ਦਫ਼ਤਰ 'ਚ, ਤੁਸੀਂ ਤਹਿਸੀਲਦਾਰ ਦੇ ਦਫ਼ਤਰ ਜਾ ਰਹੋ, ਉੱਥੇ ਵੀ ਭ੍ਰਿਸ਼ਟਾਚਾਰ ਹੀ ਭ੍ਰਿਸ਼ਟਾਚਾਰ ਹੈ। ਤੁਸੀਂ BDO ਦੇ ਜਾ ਰਹੋ, ਉੱਥੇ ਵੀ ਉੱਥੇ ਮਨਰੇਗਾ ਵਾਲਿਆਂ 'ਤੇ ਵੀ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਤੁਸੀਂ ਜੇ ਜਾਓਗੇ ਆਪਣਾ ਜਿਹੜੇ ਹੈਗੇ ਨੇ ਐਗਰੀਕਲਚਰ ਵਾਲੇ, ਉੱਥੇ ਵੀ ਭ੍ਰਿਸ਼ਟਾਚਾਰ ਹੋ ਰਿਹਾ। ਜਿਹੜੇ ਕੀਟਨਾਸ਼ਕ ਵੇਚਦੇ ਨੇ, ਜਿਹੜੇ ਬੀਜ ਵੇਚੋ ਘਟੀਆ ਕੀਟਨਾਸ਼ਕ, ਘਟੀਆ ਬੀਜ ਦੇ ਦਿੰਦੇ ਨੇ, ਮਿਲੇ ਹੁੰਦੇ ਨੇ ਉਹ ਮਹਿਕਮੇ ਨਾਲ, ਮਹਿਕਮੇ ਨੂੰ ਪਤਾ ਹੁੰਦਾ ਵੀ ਇਹ ਮਾੜਾ ਦਿੱਤਾ ਜਾ ਰਿਹਾ ਹੈ। ਸੋ ਭ੍ਰਿਸ਼ਟਾਚਾਰ ਨੂੰ ਤੁਸੀਂ ਐਂ ਨਾ ਦੇਖੋ ਵੀ ਇੱਕ ਜਗ੍ਹਾ 'ਤੇ ਹੈ। ਭ੍ਰਿਸ਼ਟਾਚਾਰ ਬੰਦੇ ਦੀ ਖੇਤ ਜਾਂ ਫੈਕਟਰੀ ਤੋਂ ਲੈ ਕੇ ਬੰਦੇ ਦੀ ਥਾਲੀ ਤੱਕ ਭ੍ਰਿਸ਼ਟਾਚਾਰ ਹੀ ਭ੍ਰਿਸ਼ਟਾਚਾਰ ਹੈ। ਸਧਾਰਨ ਬੰਦਾ ਉਹਦੇ 'ਚ ਪਿਸ ਰਿਹਾ ਹੈ। ਬਾਕੀ ਜਿਹੜੇ ਤਾਕਤ 'ਚ ਨੇ, ਚਾਹੇ ਉਹ ਮੁਲਾਜ਼ਮ ਨੇ, ਚਾਹੇ ਉਹ ਅਫਸਰ ਨੇ, ਚਾਹੇ ਉਹ ਸਿਆਸਤਦਾਨ ਨੇ, ਚਾਹੇ ਉਹ ਵੱਡੇ ਬਿਜ਼ਨਸਮੈਨ ਨੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦੇ 'ਚ ਸ਼ਾਮਲ ਨੇ, ਕੋਈ ਥੋੜ੍ਹਾ ਕੋਈ ਬਹੁਤਾ। ਸੋ ਇਸ ਕਰਕੇ ਇਹਨਾਂ 'ਚ ਮੈਨੂੰ ਨਹੀਂ ਐਂ ਲੱਗਦਾ, ਉਹ ਜਿਵੇਂ ਕਹਿੰਦੇ ਨੇ ਵੀ ਠੂਆਂ ਦੀ ਡਾਰ ਜਾਂਦੀ ਸੀ, ਕਹਿੰਦਾ ਜੀ ਕਿਹੜਾ ਠੂਆਂ ਵੱਡਾ ਡੰਗ ਮਾਰਦਾ, ਕਹਿੰਦਾ ਭਾਈ ਜੀ ਨੂੰ ਮਰਜ਼ੀ ਹੱਥ ਲਾ ਲੈ ਪੂਛ ਨੂੰ, ਉੱਡਾ ਹੀ ਮਾਰੂ ਡੰਗ। ਇਹ ਜਿਹੜੇ ਭ੍ਰਿਸ਼ਟਾਚਾਰੀ ਨੇ ਉੱਡਾ ਹੀ ਡੰਗ ਮਾਰਦੇ ਨੇ, ਜਿਹਨੂੰ ਮਰਜ਼ੀ ਹੱਥ ਲਾ ਲਓ। ਸੋ ਇਸ ਕਰਕੇ ਇਹ ਸਮਝਣਾ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਤਰੀਕਾ ਇਕੱਲਾ ਇਹਨਾਂ ਨੂੰ ਅੰਦਰ ਕਰਨਾ ਨਹੀਂ ਹੁੰਦਾ। ਮੈਂ ਇਸ ਗੱਲ ਦੇ ਉੱਤੇ ਦੇਖਿਆ, ਮੈਂ ਆਪ ਇਹ ਚੀਜ਼ਾਂ ਹੈਂਡਲ ਕਰੀਆਂ ਨੇ। ਤੁਸੀਂ ਅੰਦਰ ਕਰਕੇ ਨਹੀਂ, ਤੁਸੀਂ ਵਿਵਸਥਾ ਨੂੰ ਸੁਧਾਰ ਕੇ ਕਰਨਾ ਹੁੰਦਾ। ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੀਕ ਹੁੰਦਾ ਸੀ MBBS ਦੇ ਦਾਖਲੇ ਦਾ, ਥੋਕ ਰੇਟ ਤੇ ਸੌਦੇ ਸੀ, ਕਰੋੜਾਂ ਦੇ ਸੌਦੇ ਹੁੰਦੇ ਸੀ। ਅਸੀਂ ਉਹ ਪੇਪਰ ਲੀਕ ਬੰਦ ਕਰਿਆ। ਇਹਦੀ ਬਜਾਏ ਕਿ ਅਸੀਂ ਜਿਹੜੇ ਪੇਪਰ ਲੀਕ ਕਰਦੇ ਸੀ ਉਹਨੂੰ ਪਹਿਲਾਂ ਫੜ ਕੇ ਅੰਦਰ ਕਰਨਾ ਸ਼ੁਰੂ ਕਰ ਦਈਏ, ਉਹਨਾਂ 'ਤੇ ਚਾਰਜ ਸ਼ੀਟਾਂ ਕਰਨੀਆਂ ਸ਼ੁਰੂ ਨਹੀਂ ਕਰਿਆ। ਜਿੰਨਾ ਚਿਰ ਉਹ ਬਹੁਤਾ ਹੀ ਇੱਕ ਬੰਦੇ ਨੂੰ ਸਸਪੈਂਡ ਕਰਨਾ ਪਿਆ ਸੀ, ਹਾਲਾਂਕਿ ਬੋਰਡ ਆਫ ਮੈਨੇਜਮੈਂਟ ਵੀ ਉਹਦੇ ਨਾਲ ਰਲਿਆ ਹੋਇਆ ਸੀ, ਤਾਂ ਵੀ ਉਸ ਨੂੰ ਉਹ ਕੁਛ ਨਹੀਂ। ਫਿਰ ਉਸ ਤੋਂ ਬਾਅਦ ਉਹੀ ਬੋਰਡ ਆਫ ਮੈਨੇਜਮੈਂਟ ਦੇ ਜਦ ਵੱਡੀ ਕਿਸੇ ਸੈਂਟਰਲ ਯੂਨੀਵਰਸਿਟੀ ਲੱਗੇ, ਉਹਨਾਂ ਨੇ ਉੱਥੇ ਉਹਨੂੰ ਲਾ ਲਿਆ, ਵੱਡੇ ਅਹੁਦਿਆਂ 'ਤੇ ਵੀ ਲਾ ਲਿਆ। ਪਰ ਅਸੀਂ ਉਹਨੂੰ ਇਕੱਲਾ ਬੰਦਾ ਸੀ ਐਸਾ ਨਹੀਂ। ਅਸੀਂ ਕੀ ਕਰਿਆ ਸੀ, ਆਖਿਆ ਵੀ ਪਹਿਲਾ ਕੰਮ ਹੈ ਬੱਚਿਆਂ ਨੂੰ ਤਕਲੀਫ ਦੂਰ ਹੋਵੇ, ਬੱਚਿਆਂ ਨੂੰ ਰੋਲ ਨੰਬਰ ਮਿਲਣ, ਇਹਦੇ 'ਚ ਭ੍ਰਿਸ਼ਟਾਚਾਰੀ ਨਾ ਹੋਵੇ, ਇਹਦੇ 'ਚ ਹੁਣ ਤੋਂ ਨਕਲ ਵਾਲਾ ਜਾਂ ਬੰਦਾ ਦੂਜਾ ਬਿਠਾਉਣ ਵਾਲਾ ਕੰਮ ਨਾ ਚੱਲੇ। ਉਹ ਅਸੀਂ ਕਰਿਆ, ਉਹਦੇ 'ਚ ਅਸੀਂ ਜ਼ਿਆਦਾ ਸਫਲ ਰਹੇ। ਇਹਦੀ ਵਜ੍ਹਾ ਕਿ ਅਸੀਂ ਕਿਸੇ ਨੂੰ ਫੜ ਕੇ ਅੰਦਰ ਕਰੀ ਜਾਂਦੇ, ਅੰਦਰ ਕਰੀ ਜਾਂਦੇ, ਅੰਦਰ ਕਰੀ ਜਾਂਦੇ, ਉਹ ਵੱਖਰੀ ਇਨਕੁਆਇਰੀ ਚੱਲੀ ਜਾਵੇ। ਉਹ ਇਹ ਲੋੜ ਤੁਹਾਡੀ ਇਹ ਤਾਂ ਹੋ ਸਕਦੀ ਹੈ ਵੀ ਤੁਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ। ਜੇ ਤੁਹਾਡੀ ਇਹ ਲੋੜ ਹੈ ਵੀ ਅਸੀਂ ਪ੍ਰਚਾਰ ਵੀ, ਸਾਡਾ ਪ੍ਰਚਾਰ ਵੱਡਾ ਪ੍ਰਚਾਰ, ਜੇ ਤੁਸੀਂ ਚੰਗਾ ਕੰਮ ਕਰੋਗੇ ਆਪੇ ਹੋ ਜਾਣਾ। ਤੁਸੀਂ ਅੱਜ ਮਨਰੇਗਾ ਦੇ ਕਾਰਡ ਲੋਕਾਂ ਦੇ ਬਣਾ ਦਿਓ, ਤੁਸੀਂ ਲੋਕਾਂ ਦਾ ਦਫ਼ਤਰਾਂ 'ਚ ਕੰਮ ਕਰਨਾ ਕਹਿ ਦਿਓ ਵੀ ਜੋ ਪਹਿਲਾਂ ਕਰਿਆ ਹੁਣ ਤੋਂ ਕੰਮ ਠੀਕ ਹੋਊਗਾ। ਜੇ ਤੁਸੀਂ ਹੁਣ ਤੋਂ ਠੀਕ ਕਰਨ ਲੱਗ ਜਾਓ, ਲੋਕਾਂ 'ਚ ਪ੍ਰਚਾਰ ਆਪੇ ਹੋ ਜਾਣਾ ਵੀ ਯਾਰ ਹੁਣ ਤਾਂ ਕਮਾਲ ਹੋ ਗਿਆ। ਜਿਹੜਾ ਤੁਹਾਡਾ ਬਦਲਾਅ ਦਾ ਸਵਾਲ ਹੈ ਕਿ ਸਰਕਾਰ 'ਚ ਇੱਕ ਬਦਲਾਅ ਆਏਗਾ, ਉਹ ਬਦਲਾਅ ਲੋਕਾਂ ਨੂੰ ਦਿਸਣ ਲੱਗ ਜਾਏਗਾ। ਇਹਨਾਂ ਦੇ ਜਿਹੜਾ ਹਾਇਰ ਐਜੂਕੇਸ਼ਨ ਮਿਨਿਸਟਰ ਹੈ, ਉਸਨੇ ਕਰਤਾ ਹੁਣੀ ਬਈ ਜਿਹੜੇ ਬੰਦੇ ਇਲੀਗਲ ਲਾ ਤੇ ਯੂਨੀਵਰਸਿਟੀਆਂ ਨੇ ਮਨਜ਼ੂਰ ਕਰ, ਉਹਨੇ ਕਮੇਟੀ ਬਣਾਤੀ ਵੀ ਇਹਨਾਂ ਦੇ ਚੱਕੋ ਫੱਟੇ। ਉਹਨਾਂ ਨੇ ਸਾਰਿਆਂ ਵਾਸਤੇ ਬਣਾਤੀ ਕਮੇਟੀ। ਉਹ ਕਮੇਟੀ ਨੇ ਗਾਹਾਂ ਕੀ ਕਰਿਆ ਕੀ ਨਹੀਂ ਕਰਿਆ ਉਹ ਤਾਂ ਅਗਲੀ ਗੱਲ ਹੋਊਗੀ। ਉਹਨੇ ਪਾਰਸ਼ੈਲਿਟੀ ਕਰੀ ਹੈ ਜਾਂ ਨਹੀਂ ਕਰੀ ਉਹ ਵੀ ਪਤਾ ਲੱਗ ਜਾਏਗਾ। ਪਰ ਉਹਨੇ ਇੱਕ ਵਾਰੀ ਇਹ ਕਹਿਤਾ ਵੀ ਜਿਹੜੇ ਬੰਦੇ ਤੁਸੀਂ ਬਿਨਾਂ ਕੁਆਲੀਫਿਕੇਸ਼ਨ ਦੇ ਲਾਤੇ, ਉਹਨਾਂ ਬੰਦਿਆਂ ਨਾਲ ਕੋਈ ਸਾਡਾ ਸਮਝੌਤਾ ਨਹੀਂ। ਉਹ ਜਿਹੜੇ ਮਰਜ਼ੀ ਅਦਾਰੇ ਦੇ ਹੋਣ, ਜਿਹੜੇ ਮਰਜ਼ੀ ਸੰਸਥਾ ਦੇ ਹੋਣ, ਜਿਹਨੇ ਮਰਜ਼ੀ ਲਾਏ ਹੋਣ, ਅਸੀਂ ਸਾਰਿਆਂ ਦੇ ਉੱਤੇ ਇੱਕ ਕਮੇਟੀ ਬਣਾਤੀ। ਐਦਾਂ ਦਾ ਤਾਂ ਜੇ ਤੁਸੀਂ ਹੁਣ ਉਹ ਕਮੇਟੀ ਇਹ ਬਣਾਈ ਹੈ, ਇਹ ਨਹੀਂ ਬਣਾਈ ਵੀ ਤੁਸੀਂ ਲੋਕਾਂ ਨੂੰ ਪਹਿਲਾਂ ਸਜ਼ਾ ਦੇਣੀ ਹੈ। ਇਹ ਬਣਾਈ ਹੈ ਵੀ ਕਿੱਥੇ ਕਿੱਥੇ ਹੋ ਗਿਆ ਉਹਨਾਂ ਨੂੰ ਪਹਿਲਾਂ ਤਾਂ ਹਟਾਓ, ਉਹਨਾਂ ਦੀ ਥਾਂ 'ਤੇ ਨਵੇਂ ਲਾਓ, ਉਹਨਾਂ ਦੀ ਗ੍ਰਾਂਟ ਵਗੈਰਾ ਬੰਦ ਕਰੋ, ਤਾਂ ਕਿ ਤੁਸੀਂ ਜਿਹੜਾ ਕੰਮ ਮੋਗਾ ਤਾਂ ਚੱਲੀ ਜਾਵੇ। ਤੁਸੀਂ ਕਹੋ ਜੀ ਅਸੀਂ ਇਨਕੁਆਇਰੀ ਕਰਾਂਗੇ, ਉੱਧਰੋਂ ਚੋਰੀ ਉੱਦਾਂ ਹੀ ਕਰੀ ਜਾਵੇ। ਸਰਕਾਰਾਂ 'ਚ ਸਿਸਟਮ ਇਹ ਹੋ ਗਿਆ, ਕੋਈ ਨਹੀਂ ਜੀ ਤੁਸੀਂ ਅਰਜ਼ੀ ਦੇ ਦਿਓ, ਅਸੀਂ ਪੜਤਾਲ ਕਰ ਲਾਂਗੇ, ਚੋਰੀ ਉੱਦਾਂ ਹੀ ਕਰਦਾ ਰਹਿੰਦਾ। ਸੋ ਜੇ ਚੋਰੀ ਨੂੰ ਮੋਂਦਾ ਲਾਉਣਾ, ਲੋਕਾਂ ਦਾ ਕੰਮ ਸੌਖਾ ਕਰਨਾ, ਉਹਦੇ ਨਾਲ ਭ੍ਰਿਸ਼ਟਾਚਾਰ ਵੈਸੇ ਹੀ ਘਟ ਜਾਂਦਾ ਹੈ। ਜੇ ਕੰਮ ਤੇਜ਼ੀ ਨਾਲ ਹੋਣ ਲੱਗ ਜੇ ਤਾਂ ਭ੍ਰਿਸ਼ਟਾਚਾਰ ਘਟ ਜਾਂਦਾ। ਇਹ ਮੇਰਾ ਹਰ ਮਹਿਕਮੇ 'ਚ ਤਜਰਬਾ ਹੈ। ਜਿੱਥੇ ਜਿੱਥੇ ਮੇਰਾ ਵਾਹ ਇਹਦੇ ਕਲਾਇੰਟ ਪਿਆ, ਇਹਦੇ ਗਾਹਕ ਪਿਆ, ਉੱਥੇ ਵੀ ਮੈਂ ਦੇਖਿਆ। ਜਿੱਥੇ ਜਿੱਥੇ ਮੇਰਾ ਇਹਦੇ ਪ੍ਰਸ਼ਾਸਨਿਕ ਅਧਿਕਾਰੀ ਪਿਆ, ਉੱਥੇ ਵੀ ਮੈਂ ਦੇਖਿਆ।
ਜਿੱਥੇ ਜਿੱਥੇ ਤਕਨੀਕੀ ਅਧਿਕਾਰੀ ਦੇ ਬਤੌਰ ਪਿਆ ਉੱਥੇ ਵੀ ਦੇਖਿਆ ਵੀ ਜੇ ਤੁਸੀਂ ਕੰਮ ਨੂੰ ਸਾਫ਼ ਸੁਥਰਾ ਬਣਾ ਦਿਓ, ਸੌਖਾ ਬਣਾ ਦਿਓ, ਤੇਜ਼ ਕਰ ਦਿਓ ਵੀ ਕੰਮ ਹੋਣਾ ਹੀ ਹੋਣਾ ਹੈ, ਫਿਰ ਭ੍ਰਿਸ਼ਟਾਚਾਰ ਵੈਸੇ ਹੀ ਘਟ ਜਾਣਾ, ਕਿਉਂਕਿ ਬੱਚੇ ਉਹਨੂੰ ਭ੍ਰਿਸ਼ਟਾਚਾਰ ਦਾ ਮੌਕਾ ਹੀ ਨਹੀਂ ਮਿਲਣਾ। ਜੇ ਮੈਂ ਹਸਪਤਾਲ 'ਚ ਹਾਂ, ਜੇ ਕਹਤਾ ਵੀ ਜਦ ਮਰੀਜ਼ ਆ ਗਿਆ ਉਹਦਾ ਇਲਾਜ ਸ਼ੁਰੂ ਹੋਣਾ ਹੀ ਹੋਣਾ 5 ਮਿੰਟ 'ਚ, 5-7 ਮਿੰਟ 'ਚ ਉਹਦਾ ਪਰਚਾ ਵੀ ਕੱਟਿਆ ਜਾਣਾ, ਉਹਦੇ 'ਚ ਕਿੰਨਾ ਕੁ ਸੌਦਾ ਲਾਜੂ ਕੋਈ। ਜੇ ਤੁਸੀਂ ਇਹ ਤਾਂ ਬੌਦਰ ਨਹੀਂ ਕਰਿਆ, ਤੁਸੀਂ ਇੱਕ ਬੰਦੇ ਨੂੰ ਫੜ ਲਿਆ ਵੀ ਤੂੰ ਆਹ ਫਲਾਣੇ ਦਿਨ 25 ਦੀ 26 ਬਣਾਈ ਸੀ, ਪੈਸੇ ਲਏ ਸੀ, ਚੱਲ ਇਹਨੂੰ ਅੰਦਰ ਕਰਨ ਤੇ ਲਾਉਣੇ ਆ, ਉਹ ਤੁਹਾਡੇ ਖਿਲਾਫ ਲਿਖੀ ਜਾਓ, ਤੁਸੀਂ ਉਹਦੇ ਖਿਲਾਫ ਲਿਖੀ ਜਾਓਗੇ, ਇੰਨੇ ਨੂੰ ਤੁਹਾਡੀ ਬਦਲੀ ਹੋ ਜਾਣੀ ਜਾਂ ਉਹਦੀ ਹੋ ਜਾਣੀ, ਉਹਨੇ ਕਿਤੇ ਹੋਰ ਜਾ ਕੇ ਉਹੀ ਕੁਛ ਸ਼ੁਰੂ ਕਰ ਲੈਣਾ। ਤੁਸੀਂ ਪਹਿਲਾ ਕੰਮ ਇਹ ਕਰਨਾ ਹੁੰਦਾ ਕਿ ਤੁਸੀਂ ਆਪਣੇ ਕੰਮ ਨੂੰ ਸਾਫ਼ ਸੁਥਰਾ ਕਰ ਦਿਓ, ਤੇਜ਼ ਕਰ ਦਿਓ। ਉਹਦੇ 'ਚ ਮੈਂ ਹਾਇਰ ਐਜੂਕੇਸ਼ਨ ਜ਼ਰੂਰ ਦੇਖਿਆ, ਇਹਨਾਂ ਦੇ ਮੰਤਰੀ ਨੇ ਕੋਸ਼ਿਸ਼ ਕਰੀ ਹੈ, ਬਾਕੀ ਤਾਂ ਸਮਾਂ ਦੱਸੇਗਾ ਕਿ ਵੀ ਜਿਹੜੇ ਗਲਤ ਲੱਗੇ ਹੋਏ ਨੇ ਉਹਨਾਂ ਦੀ ਇਨਕੁਆਇਰੀ ਕਰ ਲਓ, ਦੇਖ ਲਓ ਕੌਣ ਨੇ, ਤੇ ਉਹਨਾਂ ਨੂੰ ਹਟਾ ਕੇ ਨਵੇਂ ਲਾ ਦਿਓ, ਗ੍ਰਾਂਟ ਆਉਣ ਦੇ ਬੰਦ ਕਰ ਦਿਓ। ਪਹਿਲਾ ਸਟੈਪ ਲਓ ਨਾਲ ਦੀ ਨਾਲ। ਹਾਂਜੀ, ਹੁਣ ਦੱਸੋ ਜੀ ਡਾਕਟਰ ਸਾਹਿਬ, ਚਲੋ ਆਪਾਂ ਮੰਨ ਵੀ ਲੈਂਦੇ ਹਾਂ ਕਿ ਭ੍ਰਿਸ਼ਟਾਚਾਰ ਦੀ ਫੜੋਫੜੀ ਤੋਂ ਬਾਅਦ, ਗ੍ਰਿਫਤਾਰੀਆਂ ਤੋਂ ਬਾਅਦ ਜੇਕਰ ਸਰਕਾਰਾਂ ਸੁਹਿਰਦ ਹੋਣ ਤਾਂ ਇੱਕ ਸਟੈਪ ਅੱਗੇ ਹੋ ਜਾਣਗੀਆਂ ਵੀ ਜਿਸ ਵੀ ਅਧਿਕਾਰੀ ਦੇ ਉੱਤੇ, ਸਿਆਸਤਦਾਨ ਦੇ ਉੱਤੇ ਇਹ ਦੋਸ਼ ਸਾਬਤ ਪਾਏ ਗਏ, ਉਹਦੀ ਪ੍ਰਾਪਰਟੀਆਂ ਅਟੈਚ ਹੋ ਜਾਣਗੀਆਂ, ਉਹ ਸਾਰਾ ਪਬਲਿਕ ਡੋਮੇਨ ਹੀ ਆ ਗਈ ਜਾਂ ਸਰਕਾਰੀ ਖਜ਼ਾਨੇ ਦੇ ਵਿੱਚ ਉਹ ਸਾਰਾ ਪੈਸਾ ਆ ਜਾਊਗਾ। ਜੇਕਰ ਆਪਾਂ ਮੰਨ ਲਈਏ ਵੀ ਚਲੋ ਇੱਕ ਸਟੈਪ ਕਾਰਵਾਈ ਅੱਗੇ ਹੋ ਜਾਊਗੀ, ਪਰ ਜੋ ਇਸ ਭ੍ਰਿਸ਼ਟਾਚਾਰੀ ਦੇ ਕਰਕੇ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਪੰਜਾਬ ਦੇ ਸਿਰ, 1 ਲੱਖ ਕਰੋੜ ਤੋਂ ਵੱਧ ਕਿਸਾਨੀ ਦੇ ਸਿਰ ਕਰਜ਼ਾ, ਕਿੰਨਾ ਕਰਜ਼ਾ ਮਜ਼ਦੂਰਾਂ ਦੇ ਸਿਰ ਹੈ। ਉਸ ਕਰਜ਼ੇ ਦੇ ਕਰਕੇ ਜਿਹੜਾ ਇਹਨਾਂ ਦੀ ਭ੍ਰਿਸ਼ਟਾਚਾਰੀ ਦੇ ਕਰਕੇ ਚੜਿਆ, ਉਸ ਕਰਜ਼ੇ ਦੇ ਕਰਕੇ ਜਿਹੜੀਆਂ ਜਾਨਾਂ ਚਲੀ ਗਈਆਂ, ਕੀ ਉਹਨਾਂ ਦੀ ਭਰਪਾਈ ਹੋ ਜੂਗੀ? ਬਿਲਕੁਲ ਠੀਕ ਹੈ ਤੁਹਾਡਾ ਸਵਾਲ। ਵੀ ਜੇ ਅਸੀਂ ਇਹ ਮੰਨ ਵੀ ਲਈਏ ਕਿ ਚਲੋ ਇਹ ਕੁਛ ਨਾ ਕੁਛ ਜਾਇਦਾਦਾਂ ਜ਼ਬਤ ਕਰ ਲੈਣਗੇ, ਵੈਸੇ ਤਾਂ ਜਿਹੜੀਆਂ ਆਹ ਨਸ਼ਿਆਂ ਬਾਰੇ ਪਹਿਲਾਂ ਹੀ ਕਾਨੂੰਨ ਬਣਾਇਆ ਸੀ ਇਹਨਾਂ ਨੇ, ਹਾਲਾਂਕਿ ਉਹ ਕਾਨੂੰਨ ਹੈਗਾ ਸੀ ਉਹ ਦੁਬਾਰਾ ਬਣਾਤਾ ਆਪ ਹੀ ਵੀ ਅਸੀਂ ਜ਼ਬਤ ਕਰਾਂਗੇ। ਇਹ ਜ਼ਬਤੀਆਂ ਤਾਂ ਇੱਕ, ਤੁਸੀਂ ਮੈਨੂੰ ਫਿਰ ਵੀ ਅਜੇ ਵੀ ਮੈਂ ਇਹ ਕਹਿਣਾ ਵੀ ਇੱਕ ਬੰਦੇ ਦੇ ਸੱਟ ਲੱਗੀ ਹੋਈ ਆ, ਉਹਦਾ ਇਲਾਜ ਕਰਨਾ ਜ਼ਰੂਰੀ ਹੈ, ਜਾਂ ਜਿਹਨੇ ਉਹਦੇ ਨੈਗਲੀਜੈਂਸ ਕਰਤੀ ਪਹਿਲਾਂ ਉਹਨੂੰ ਸਜ਼ਾ ਦੇਣੀ ਜ਼ਰੂਰੀ ਹੈ। ਉਹਨੂੰ ਸਜ਼ਾ ਦਾ ਵਖਾਰਾ ਚੱਲ ਰਿਹਾ, ਉਹਦਾ ਇਲਾਜ ਤਾਂ ਕਰੋ। ਜੇ ਹਸਪਤਾਲ 'ਚ ਉਹਦਾ ਇਲਾਜ ਤਾਂ ਫਿਰ ਵੀ ਨਹੀਂ ਹੋਣਾ, ਫਿਰ ਤਾਂ ਕੋਈ ਫਾਇਦਾ ਨਹੀਂ ਹੈ। ਪਹਿਲਾ ਗੱਲ ਮੈਂ ਇਹ ਕਹਿਣਾ। ਦੂਜਾ ਇਹ ਹੈ ਵੀ ਕਿਸੇ ਨੇ ਨਾ ਬੜੀ, ਇਹ ਤਾਂ ਹੁਣ ਤਾਂ ਭ੍ਰਿਸ਼ਟਾਚਾਰ ਬਹੁਤ ਫੈਲ ਗਿਆ। ਅਸੀਂ ਸੱਚੀ ਮੁੱਚੀ ਅਜੇ ਕਾਲਜਾਂ 'ਚ ਹੀ ਪੜ੍ਹਦੇ ਸੀ, ਕਿਸੇ ਨੇ ਆਖਿਆ ਕੋਈ ਭ੍ਰਿਸ਼ਟਾਚਾਰ 'ਚ ਫਸ ਗਿਆ, ਉਹ ਗਿਆ ਕਿਸੇ ਨੇਤਾ ਕੋਲੇ, ਕਹਿੰਦਾ ਜੀ ਮੇਰੇ ਤੇ ਆਹ ਕੇਸ ਬਣ ਗਿਆ। ਕਹਿੰਦਾ ਕੀ ਕਰਨਾ ਹੈ ਤੂੰ? ਕਹਿੰਦਾ ਜੀ ਮੈਨੂੰ ਛੁਡਾ ਦਿਓ। ਕਹਿੰਦਾ ਤੇਰਾ ਦਿਮਾਗ ਖਰਾਬ ਹੋਇਆ, ਮੇਰੇ ਕੋਲ ਆਇਆ, ਤੂੰ ਪੈਸੇ ਲੈਂਦਾ ਫਸਿਆ ਸੀ? ਕਹਿੰਦਾ ਹਾਂ। ਕਹਿੰਦਾ ਫਿਰ ਤੂੰ ਪੈਸੇ ਦੇ ਕੇ ਛੁੱਟ ਜਾ। ਸੋ ਜਦ ਸਾਰੇ ਕਿਸੇ ਬਚਪਨ 'ਚ ਅਸੀਂ ਸੁਣਦੇ ਹੁੰਦੇ ਇੱਕ ਸਾਖੀ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਭਾਈ ਇਹੋ ਜਿਹਾ ਜ਼ਮਾਨਾ ਆਏਗਾ ਵੀ ਸਾਰੇ ਚੋਰ ਹੋਣਗੇ, ਲੁਟੇਰੇ ਹੋਣਗੇ। ਕਹਿੰਦੇ ਜੀ ਫਿਰ ਲੁੱਟਣਗੇ ਕਿਹਨੂੰ? ਕਹਿੰਦਾ ਇੱਕ ਦੂਜੇ ਨੂੰ। ਸੋ ਇਹ ਜਿਹੜੇ ਉਤਲੇ ਨੇ ਇੱਕ ਦੂਜੇ ਦੇ ਨਾਲ ਅੰਗੀ ਸੰਗਲੀ ਰਲੀ ਹੋਈ ਹੈ, ਇਹ ਜਾਤਾਂ ਦਾ, ਧਰਮਾਂ ਦਾ, ਸਾਰਾ ਪਾਰਟੀਆਂ ਦਾ ਨਾਮ ਵਰਤ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਇਸੇ ਕਰਕੇ ਹੁਣ ਤੁਸੀਂ ਦੇਖੋ ਪਾਰਟੀਆਂ 'ਚ ਛਾਲਾਂ ਮਾਰਨੀਆਂ ਵੀ ਬੜੀਆਂ ਸੌਖੀਆਂ ਨੇ, ਔਰ ਪਾਰਟੀਆਂ ਨੂੰ ਵੀ ਕੋਈ ਸ਼ਰਮ ਨਹੀਂ ਰਹੀ ਵੀ ਚੱਕ ਕੇ ਬੰਧਕ ਬਣਾ ਲਓ। 2-2 ਕਰੋੜ ਇਹ ਹੁਣ ਦਿੱਲੀ ਵਾਲੇ ਕਹਿੰਦੇ ਨੇ ਵੀ ਸਾਡੇ ਬੰਦਿਆਂ ਨੂੰ ਉਹ ਦੇ ਰਹੇ ਸੀ ਇੰਨੇ ਕਰੋੜ ਰੁਪਈਆ, ਉੱਥੇ ਬਿਹਾਰ ਵਾਲੇ ਵੀ ਕਹਿ ਰਹੇ ਨੇ, ਔਰ ਇਹ 'ਚ ਕੋਈ ਅਤਕਥ ਨਹੀਂ ਬਣੀ। ਜੇ ਉਹ ਸ਼ਿਵ ਸੈਨਾ ਵਰਗੀ ਸ਼ਕਤੀ ਨੂੰ ਤੋੜ ਸਕਦੇ ਨੇ, ਜਿਹੜੀ ਇਹਨਾਂ ਵਾਲਾ ਹਥਿਆਰ ਖੇਡ ਸਕਦੀ ਹੈ, ਤੇ ਉੱਥੇ ਜਾ ਕੇ ਹੋਟਲ 'ਚ ਬੰਦ ਕਰਕੇ ਕਹਿੰਦੇ ਨਹੀਂ ਅਸੀਂ ਤਾਂ ਕੁਛ ਨਹੀਂ ਕਰਿਆ। ਜੇ ਆ ਬਿਲਕਿਸ ਵਾਰਨੋ ਕੇਸ ਦੇ ਵਿੱਚ ਉਹ ਛੱਡ ਸਕਦੇ ਨੇ, ਉਹ ਵੱਡਾ ਤਾਂ ਉਹ ਠੀਕ ਹੈ, ਕਾਨੂੰਨ ਦਾ ਤਾਂ ਉਹਦੇ 'ਚ ਰਸਤਾ ਹੀ ਹੈ, ਵੱਡਾ ਤਾਂ ਉਹਦੇ 'ਚ ਸਾਰਾ ਕਮਿਊਨਲ ਇਸ਼ੂ ਹੀ ਹੈ। ਸੋ ਇੱਥੇ ਅਸੀਂ ਆਏ ਨਾ ਸਮਝੀਏ, ਇੱਥੇ ਕਾਬੇ 'ਚੋਂ ਕੁਫਰ ਨਿਕਲ ਰਿਹਾ ਹੈ। ਕਾਬੇ 'ਚੋਂ ਨਿਕਲਦੇ ਕੁਫਰ ਨੂੰ ਠੀਕ ਕਰਨ ਵਾਸਤੇ ਜਨਤਾ ਨੂੰ ਨਾਲ ਲੈਣਾ ਪੈਂਦਾ ਹੈ, ਪਰ ਜਨਤਾ ਨੂੰ ਤੌਰ ਤਰੀਕੇ ਨਾਲ। ਜੇ ਜਨਤਾ ਨੂੰ ਤੁਸੀਂ ਉਹ ਭੀੜ ਤੰਤਰ ਬਣਾ ਕੇ ਨਾਲ ਲਓਗੇ ਫਿਰ ਨਹੀਂ ਹੋਣਾ। ਕਾਨੂੰਨ ਦੀ ਠੀਕ ਵਰਤੋਂ, ਜਨਤਾ ਦਾ ਸਪੋਰਟ, ਜਨਤਾ ਨੂੰ ਭੀੜ ਤੰਤਰ ਬਣਨ ਨਾ ਦੇਣਾ, ਕਿਉਂਕਿ ਭੀੜ ਤੰਤਰ ਬਣਾ ਕੇ ਪਿੱਛੇ ਜੇ ਇੱਕ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਇੱਕ ਚਿੱਟਾ ਕਾਲਾ ਮੁਹਿੰਮ ਚਲਾਈ ਸੀ ਪੰਜਾਬ 'ਚ ਵੀ ਆਪਾਂ ਇਹ ਬੰਦ ਕਰਾਂਗੇ। ਉਹ ਗੱਲ ਵੱਖਰੀ ਹੈ, ਉਹ ਮੁਹਿੰਮ ਬਹੁਤ ਕਾਗ ਚੜ੍ਹ ਗਈ ਸੀ ਉਹਦੀ, ਅਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਜਿਹੜੇ ਆਰਗੇਨਾਈਜ਼ ਸੀ ਚਾਹ ਦਾ ਕੱਪ ਲਾ ਕੇ ਬੰਦ ਕਰਾਤੀ, ਕੌਫੀ ਦਾ ਕੱਪ ਲਾ ਕੇ। ਅਤੇ ਪਰ ਉਹਦੇ ਵਿੱਚ ਇੱਕ ਗੱਲ ਇਹ ਹੋਣੀ ਸ਼ੁਰੂ ਹੋ ਗਈ ਸੀ, ਲੋਕਾਂ ਨੇ ਜਿਹੜਾ ਨਸ਼ੇੜੀ ਸੀ ਜਾਂ ਨਸ਼ਾ ਵੇਚਦਾ ਉਹਦੀਆਂ ਲੱਤਾਂ ਵੱਢਣੀਆਂ ਸ਼ੁਰੂ ਕਰਤੀਆਂ। ਇਹ ਤਰੀਕਾ ਨਹੀਂ ਹੁੰਦਾ। ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਪਿੰਡਾਂ ਦੀਆਂ ਇਹੋ ਜਿਹੀਆਂ ਕਮੇਟੀਆਂ ਬਣਾਓ, ਹੋਰ ਕਰੋ। ਜਦ ਲੋਕਾਂ ਨੂੰ ਤੁਸੀਂ ਸ਼ਾਮਲ ਕਰਦੇ ਹੋ ਵਿੱਚ ਨਾ, ਅੱਖ ਸ਼ਰਮ ਅਜੇ ਵੀ ਲੋਕ ਮੰਨਦੇ ਨੇ ਫਿਰ ਜਦ ਇਕੱਠੇ ਹੁੰਦੇ ਨੇ ਸਾਰੇ ਇਕੱਠ 'ਚ,
ਤੁਸੀਂ ਇਕੱਠ 'ਚ ਕਰਕੇ ਗੱਲਾਂ ਕਰੋਗੇ ਤਾਂ ਸੌਖੇ ਹੋ ਜਾਓਗੇ। ਜੇ ਫਿਰ ਕਿਸੇ ਨੂੰ ਸਜ਼ਾ ਵੀ ਦਿਓਗੇ ਤੇ ਚਾਰ ਬੰਦਿਆਂ ਦੇ ਕਹੇ ਤੋਂ ਇਕੱਠ ਸਾਰਾ ਕਹਿੰਦਾ ਵੀ ਇਹਨੂੰ ਲਾ ਕਰਕੇ ਨਹੀਂ ਭਰਦੇ ਨਹੀਂ ਹੋਈ ਵੀ ਮਾਰ ਦੋ ਚੱਕ ਦੋ ਐਂ ਕਰਕੇ ਜੇ ਦਿਓਗੇ, ਇਹ ਭੀੜ ਤੰਤਰ ਹੈ। ਸਾਡੇ ਸਿਸਟਮ 'ਚ ਅੱਜ ਭੀੜ ਤੰਤਰ ਬਣ ਗਿਆ। ਜਿਹੜਾ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਇਹ ਭੀੜ ਤੰਤਰ ਤੋਂ ਸਾਨੂੰ ਖਹਿੜਾ ਛਡਾਉਣਾ ਪਏਗਾ, ਸਾਨੂੰ ਅਮਨ ਕਾਨੂੰਨ ਰੱਖਣਾ ਪਏਗਾ, ਸਾਨੂੰ ਰਾਜ ਕਾਨੂੰਨ ਦਾ ਕਰਨਾ ਪਏਗਾ, ਨਾ ਕਿ ਮਨ ਮਰਜ਼ੀ ਦਾ। ਮੈਂ ਜਿੰਨਾ ਮਰਜ਼ੀ ਸਹਿਰਦਤਾ ਹੋਵੇ ਮੇਰੀ, ਪਰ ਮੇਰੀ ਸਹਿਰਦਤਾ ਨਹੀਂ, ਮੈਂ ਦਿਲ ਪਾੜ ਕੇ ਨਹੀਂ ਦਿਖਾ ਸਕਦਾ ਮੈਂ ਸਹਿਰਦਾ। ਮੈਨੂੰ ਕਾਗਜ਼ 'ਤੇ ਦਿਖਾਉਣਾ ਪਊ ਕਿ ਮੈਂ ਸਹਿਰਦਾ। ਉਹ ਜਿਹੜੀ ਕਾਗਜ਼ ਦੀ ਸਹਿਰਦਤਾ ਹੈ ਉਹ ਐਵੇਂ ਨਹੀਂ ਬਣੀ ਹੋਈ, ਉਹ ਇਸੇ ਕਰਕੇ ਬਣੀ ਹੋਈ ਹੈ ਕਿ ਤੁਹਾਡੇ ਮਨ 'ਚ ਕੀ ਹੈ ਇਹਦੇ 'ਚ ਨਹੀਂ ਅਸੀਂ ਬਹੁਤਾ ਜਾਵਾਂਗੇ। ਅਸੀਂ ਦੇਖਾਂਗੇ ਤੁਸੀਂ ਕਰਿਆ ਕੀ ਹੈ। ਅਮਲਾਂ ਉੱਪਰ ਹੋਗ ਨਵੇੜਾ, ਕਿਆ ਸੂਫੀ ਕਿਆ ਭੰਗੀ। ਉਹ ਅਮਲ ਕੋਈ ਅੰਦਰ ਦਾ ਨਹੀਂ, ਉਹ ਅਮਲ ਕਾਗਜ਼ 'ਤੇ ਦਿਖਦਾ ਹੈ। ਉਹ ਅਮਲ ਸਮਾਜ 'ਚ ਦਿਖਦਾ ਵੀ ਤੁਸੀਂ ਆਹ ਕਰਿਆ ਸੀ, ਆਹ ਗੱਲ ਸੀ, ਤੁਸੀਂ ਐਂ ਕਰਿਆ। ਸੋ ਜਦ ਤੁਸੀਂ ਆਪਦੇ ਆਪ ਨੂੰ, ਇੱਕ ਛੋਟੀ ਜਿਹੀ ਲਾਈਨ ਮੈਂ ਕਹਿ ਕੇ ਆਪਦੀ ਗੱਲ ਇਸ ਪਾਰਟ ਦੀ ਖਤਮ ਕਰਾਂਗੇ, ਜੇ ਕੋਈ ਸਵਾਲ ਹੋਇਆ ਤੁਸੀਂ ਕਰ ਦਿਓ। ਮੈਨੂੰ ਇੱਕ ਵਾਰੀ ਇੱਕ ਵੱਡੇ ਅਧਿਕਾਰੀ ਨੇ ਬੁਲਾਇਆ, ਉਹ ਮੈਂ ਉਸ ਵਕਤ PGI ਸੀ, ਪੰਜਾਬ ਦੇ ਅਧਿਕਾਰੀ ਸੀਗੇ। ਉਹਨਾਂ ਨੇ ਮੈਨੂੰ ਉੱਥੇ ਡਾਇਰੈਕਟਰ ਸਾਹਿਬ ਨੂੰ ਫੋਨ ਕਰਿਆ ਕਿ ਜੀ ਉਹਨਾਂ ਨੂੰ ਭੇਜ ਦਿਓ। ਮੈਂ ਚਲਾ ਗਿਆ। ਮੈਨੂੰ ਪਹਿਲਾ ਸਵਾਲ ਉਹਨਾਂ ਨੇ ਪੁੱਛਿਆ, ਡਾਕਟਰ ਗਰਗ, ਜੇ ਨੀਤੀ ਬਣਾਉਣੀ ਹੋਵੇ, ਕਾਨੂੰਨ ਬਣਾਉਣਾ ਹੋਵੇ, ਉਦੋਂ ਆਪਾਂ ਕਿਸੇ ਵਿਅਕਤੀ ਨੂੰ ਸਾਹਮਣੇ ਰੱਖਣਾ ਹੁੰਦਾ ਜਾਂ ਨੀਤੀ ਨੂੰ ਸਾਹਮਣੇ? ਮੈਂ ਕਿਹਾ ਜੀ ਨੀਤੀ ਸਾਹਮਣੇ ਰੱਖੀ ਦੀ ਹੈ, ਵਿਅਕਤੀ ਦਾ ਕੀ ਹੈ? ਕਿਸੇ ਵਿਅਕਤੀ ਨੂੰ ਉਹਦਾ ਫਾਇਦਾ ਹੋ ਸਕਦਾ, ਕਿਸੇ ਨੂੰ ਨੁਕਸਾਨ ਹੋ ਸਕਦਾ। ਨੀਤੀ ਬਣਾਉਣ ਵੇਲੇ ਤਾਂ ਆਪਾਂ ਆਪਣੇ ਸੂਬੇ ਨੂੰ, ਆਪਣੇ ਦੇਸ਼ ਨੂੰ, ਕਾਨੂੰਨ ਨੂੰ ਸਾਹਮਣੇ ਰੱਖਣਾ, ਉਹਦੇ ਮੁਤਾਬਕ ਨੀਤੀ ਬਣਾਉਣੀ ਆ ਵੀ ਆਹ ਗੱਲ ਹੋਣੀ ਚਾਹੀਦੀ ਹੈ ਚੰਗੀ। ਕਹਿੰਦੇ ਹੁਣ ਠੀਕ ਹੈ, ਹੁਣ ਮੈਂ ਤਾਂ ਅਗਲੀ ਗੱਲ ਸੁਣੂਗਾ। ਸੋ ਇਹ ਨੀਤੀ ਬਣਾਉਣ ਵੇਲੇ ਵਿਅਕਤੀ ਨੂੰ ਸਾਹਮਣੇ ਰੱਖਦੇ ਨੇ। ਜੇ ਚੋਣ ਕਰਨੀ ਹੈ, ਆ ਜਿਹੜੇ 1158 ਸੈਟੀਸਫਾਈਡ ਹੋਏ ਨੇ, ਇਹ ਨੀਤੀ ਕੀ ਰੱਖ ਲਈ? ਨੀਤੀ ਬਣਾਉਣ ਵੇਲੇ ਇਹ ਰੱਖ ਲਿਆ ਵੀ ਆਪਾਂ ਆਪਦਿਆਂ ਨੂੰ ਪੇਪਰ ਕਿਵੇਂ ਦੱਸਣਾ ਹੈ, ਆਪਾਂ ਕਿਹੜਾ ਪੇਪਰ ਪਾਉਣਾ ਹੈ। ਜਦ ਤੁਸੀਂ ਨੀਤੀ ਬਣਾਉਣ ਵੇਲੇ ਵਿਅਕਤੀ ਸਾਹਮਣੇ ਰੱਖ ਲਏ ਤਾਂ ਤੁਹਾਡੀ ਨੀਤੀ ਗਲਤ ਬਣੇਗੀ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਇੱਦਾਂ ਜਦ ਤੁਸੀਂ ਕੰਮ ਕਰਨ ਵੇਲੇ ਵਿਅਕਤੀ ਸਾਹਮਣੇ ਰੱਖ ਲਏ, ਫਿਰ ਤੁਹਾਡਾ ਕੰਮ ਗਲਤ ਹੋਊਗਾ। ਇੱਦਾਂ ਜੇ ਇਨਸਾਫ ਕਰਨ ਵੇਲੇ ਤੁਸੀਂ ਵਿਅਕਤੀ ਨੂੰ ਸਾਹਮਣੇ ਰੱਖ ਲਿਆ, ਗਲਤ ਹੋਗਾ। ਸੋ ਇਸ ਕਰਕੇ ਵਿਅਕਤੀ ਨੂੰ ਦੂਰ ਕਰੋ, ਨੀਤੀ ਨੂੰ ਸਮਝੋ, ਨੀਤੀ ਅਨੁਸਾਰ ਕੰਮ ਕਰੋਗੇ ਤਾਂ ਜ਼ਿਆਦਾ ਕੰਮ ਠੀਕ ਹੋ ਜਾਣਗੇ। ਜੀ ਬਿਲਕੁਲ। ਡਾਕਟਰ ਸਾਹਿਬ, ਜਾਂਦੇ ਜਾਂਦੇ ਤੁਹਾਡੇ ਤੋਂ ਇੱਕ ਕਮੈਂਟ ਲੈਣਾ ਚਾਹੂੰਗਾ ਮੈਂ। ਜੀ। ਕਿਹਾ ਜਾਂਦਾ ਕਿ ਵੀ ਆਪਾਂ ਜਦੋਂ ਵਰਲਡ ਵਾਈਡ ਗੱਲ ਕਰਦੇ ਹਾਂ ਕਿ ਜਿਹੜੇ ਗਰੀਬ ਦੇਸ਼ ਨੇ ਉੱਥੇ ਗਰੀਬੀ ਦੇ ਕਰਕੇ ਭ੍ਰਿਸ਼ਟਾਚਾਰ ਹੈਗਾ। ਪਰ ਅੱਜ ਭਾਰਤ ਵੀ ਆਪਾਂ ਨੰਬਰ 1 ਬਣਿਆ ਹੋਇਆ ਭ੍ਰਿਸ਼ਟਾਚਾਰ ਦੇ ਵਿੱਚ। ਆਪਾਂ ਤਾਂ ਗਰੀਬ ਵੀ ਹੈਗੇ ਨਹੀਂ ਸੀ, ਫਿਰ ਆਹ ਭ੍ਰਿਸ਼ਟਾਚਾਰ ਦੀ ਵਿਚਾਰਧਾਰਾ ਕਿੱਥੋਂ ਆ ਗਈ ਸਾਡੇ ਕੋਲ? ਦੇਖੋ, ਪਹਿਲਾਂ ਤਾਂ ਇਹ ਕਹਿਣਾ ਵੀ ਜਿਹੜੇ ਗਰੀਬ ਦੇਸ਼ ਨੇ ਸਿਰਫ ਉਹੀ ਭ੍ਰਿਸ਼ਟਾਚਾਰ ਦੇ ਅੱਡੇ ਨੇ, ਇਹ ਆਮ ਤੌਰ 'ਤੇ ਕਹਿੰਦੇ ਨੇ, ਇੰਪ੍ਰੈਸ਼ਨ ਹੈ, ਪਰ ਇਹ ਇੰਨਾ ਨਹੀਂ ਹੈ ਜ਼ਰੂਰੀ ਵੀ ਉਹ ਹੋਣ। ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਿਹੜੇ ਸਕੈਂਡਲ ਫੜੇ ਗਏ ਸੀਗੇ, ਉਹ ਸਕੈਂਡਲ ਨਾ ਅਮਰੀਕਾ 'ਚ ਵੀ ਬੜੇ ਫੜੇ ਗਏ ਸੀ। ਵਾਟਰਗੇਟ ਸਕੈਂਡਲ ਉਹਦਾ ਮਸ਼ਹੂਰ ਹੈ। ਸੋ ਇਹ ਆਪਾਂ ਭੁਲੇਖਾ ਰੱਖੀਏ। ਠੀਕ ਹੈ, ਉੱਥੇ ਭ੍ਰਿਸ਼ਟਾਚਾਰ ਤੇ ਇੱਥੇ ਦੇ ਭ੍ਰਿਸ਼ਟਾਚਾਰ 'ਚ ਫਰਕ ਕੀ ਹੈ? ਆਹ ਜਿਹੜੇ ਰੱਖਿਆ ਸੌਦਿਆਂ 'ਚ ਪੈਸੇ ਦਿੱਤੇ ਗਏ ਨੇ, ਚਾਹੇ ਉਹ ਬੋਫਰੋਸ਼ ਸੀ, ਚਾਹੇ ਰਫੇਲ 'ਚ ਦੋਸ਼ ਲੱਗਦੇ ਸੀ, ਉਹ ਹੈ ਤਾਂ ਪਰ ਬਾਹਰਲਿਆਂ ਨਹੀਂ ਕਰੇ ਸੀ ਸੌਦੇ 'ਚ, ਪੈਸਾ ਤਾਂ ਉਹਨਾਂ ਨੇ ਦਿੱਤਾ ਹੈ। ਸੋ ਇਸ ਕਰਕੇ ਇਹ ਆਪਾਂ ਐਂ ਨਾ ਮੰਨੀਏ। ਫਰਕ ਕੀ ਹੈ? ਜਿਵੇਂ ਇੱਕ ਅਮੀਰ ਆਦਮੀ ਕਿਸੇ ਰਿਕਸ਼ੇ ਵਾਲੇ ਨਾਲ ਸ਼ਾਇਦ ਝਗੜਾ ਨਾ ਕਰੇ ਕਿਉਂਕਿ ਉਹ ਪੈਸਾ ਬਹੁਤ ਕਮਾਉਂਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ 2 ਨੰਬਰ ਦਾ ਕੰਮ ਨਹੀਂ ਕਰਦਾ। ਇਸੇ ਤਰ੍ਹਾਂ ਉਹਨਾਂ ਮੁਲਕਾਂ ਦੇ ਵਿੱਚ ਭ੍ਰਿਸ਼ਟਾਚਾਰ, ਉੱਥੇ ਭ੍ਰਿਸ਼ਟਾਚਾਰ ਵੈਸੇ ਕਈ ਗੱਲਾਂ 'ਚ ਲੀਗਲੀ ਅਲਾਊਡ ਹੈ। ਜਿਵੇਂ ਉਹਨਾਂ ਦੀ ਸੰਸਦ ਦੇ ਵਿੱਚ ਕੋਈ ਉਹਨਾਂ ਦਾ ਸੰਸਦ ਮੈਂਬਰ ਹੀ ਖੜਾ ਹੋ ਕੇ ਕਹਿ ਸਕਦਾ ਹੈ ਵੀ ਫਲਾਣੀ ਕੰਪਨੀ ਨੇ ਮੈਨੂੰ ਅੰਗੇਜ ਕਰਿਆ ਹੋਇਆ ਕਿ ਮੈਂ ਉਹਨਾਂ ਦਾ ਗੱਲ ਉੱਥੇ ਜਾ ਕੇ ਉਹਨਾਂ ਦਾ ਵਕੀਲ ਦੇ ਤੌਰ 'ਤੇ ਪੇਸ਼ ਕਰਾਂ, ਤੇ ਉਹ ਅੰਗੇਜ ਕਰਕੇ ਪੈਸੇ ਲੈਂਦੇ ਨੇ ਉਹਦੇ। ਇਹ ਤਾਂ ਕੋਈ ਦੋ ਰਾਹ ਹੀ ਨਹੀਂ ਹੈ। ਸਾਡੇ ਜੇ ਕੋਈ MP ਸਵਾਲ ਕਰਦਾ ਹੈ, ਉਹਦੇ ਉੱਤੇ ਇਹ ਹੈ ਵੀ ਤੂੰ MP ਨੇ ਨਿਊਟਰਲ ਹੋ ਕੇ ਸਵਾਲ ਕਰਨਾ। ਸੋ ਸਾਡੇ ਭ੍ਰਿਸ਼ਟਾਚਾਰ ਦੀ ਬਜਾਏ, ਹਾਲਾਂਕਿ ਸਾਡੇ MP ਇਸ ਤਰ੍ਹਾਂ ਨਹੀਂ ਕਰਦੇ ਵੀ ਕਿਸੇ ਤੋਂ ਪੈਸੇ ਲੈ ਕੇ ਸਵਾਲ ਕਰਦੇ ਹੋਣ, ਇਹੋ ਜਿਹਾ ਨਹੀਂ ਹੈ ਬਲਕਿ। ਸੋ ਇਸ ਕਰਕੇ ਪਹਿਲੀ ਗੱਲ ਭ੍ਰਿਸ਼ਟਾਚਾਰ ਕਿ ਤੀਜੀ ਦੁਨੀਆ ਦੇ ਦੇਸ਼ਾਂ 'ਚ, ਚਾਹੇ ਦੂਜੀ ਦੁਨੀਆ ਦੇ ਦੇਸ਼ਾਂ 'ਚ ਇਹ ਨਹੀਂ ਹੈ। ਤੀਜੀ ਦੂਜੀ ਦੁਨੀਆ ਦੇ ਦੇਸ਼ਾਂ 'ਚ ਤਾਂ ਹੈ ਕਿ ਪਹਿਲੀ ਦੁਨੀਆ ਦੇ ਦੇਸ਼ ਜਿਹੜੇ ਨੇ ਉਹ ਸਾਨੂੰ ਭ੍ਰਿਸ਼ਟਾਚਾਰ, ਜਿਹੜੇ ਵੱਡੇ ਕਾਰਪੋਰੇਟ ਹਾਊਸ ਵੀ ਨੇ ਉਹ ਵੀ ਪੈਸੇ ਦੇ ਕੇ ਕੰਮ ਕਰਾਉਂਦੇ ਨੇ, ਕਿਉਂਕਿ ਉਹਨਾਂ ਨੇ ਇਲੀਗਲ ਕੰਮ ਕਰਾਉਣੇ ਹੁੰਦੇ ਨੇ, ਉਹਨਾਂ ਨੇ ਛੋਟਾਂ ਲੈਣੀਆਂ ਹੁੰਦੀਆਂ ਨੇ, ਪੋਲਿਊਸ਼ਨ ਦੀ ਛੋਟ ਲੈਣੀ ਆ ਵੱਡੀ ਇੰਡਸਟਰੀ ਨੇ, ਉਹ ਭ੍ਰਿਸ਼ਟਾਚਾਰ ਕਰੇਗਾ। ਉਹ ਜਿਹੜੇ ਮਰਜ਼ੀ ਆ ਤੁਹਾਡੇ ਖਿਆਲ 'ਚ ਇੱਥੇ ਬਾਹਰਲੀਆਂ ਕੰਪਨੀਆਂ ਕੀ ਭ੍ਰਿਸ਼ਟਾਚਾਰ ਨਾਲ ਨਹੀਂ ਉਹ ਕਰਦੀਆਂ? ਇਹ ਆਪਾਂ ਭੁਲੇਖਾ ਛੱਡ ਦਈਏ। ਉਹਨਾਂ ਨੇ ਕੀ ਕਰਿਆ ਹੋਇਆ? ਉਹ ਕਹਿੰਦੀ ਇਹ ਸਾਡਾ ਪਬਲਿਕ ਰਿਲੇਸ਼ਨ ਦਾ ਪੈਸਾ ਹੈ, ਇਹ ਸਾਡੀ ਪ੍ਰਸਥਾਨ ਦੀ ਫੀਸ ਹੈ। ਉਹ ਨਾਮ ਹੀ ਰੱਖਣਾ ਨਾ, ਨਾਮ ਜਿਹੜਾ ਮਰਜ਼ੀ ਰੱਖ ਲਓ। ਜਿਵੇਂ ਉਹ ਆਪਦੀਆਂ ਸਬਸਿਡੀਆਂ ਦਿੰਦੇ ਨੇ, ਉਹ ਉਹਦਾ ਨਾਮ ਬਦਲ ਕੇ ਸਾਨੂੰ ਕਹੀ ਜਾਂਦੇ ਤੁਸੀਂ ਸਬਸਿਡੀਆਂ ਦਿੰਦੇ ਹੋ, ਆਪ ਇਦੋਂ ਜ਼ਿਆਦਾ ਦੇ ਰਹੇ ਨੇ। ਸੋ ਇਸ ਕਰਕੇ ਆਪਾਂ ਇਹ ਤਾਂ ਪਹਿਲਾਂ ਭੁਲੇਖਾ ਛੱਡ ਦਈਏ ਵੀ ਭ੍ਰਿਸ਼ਟਾਚਾਰ ਉੱਥੇ ਹੈ ਨਹੀਂ, ਸਾਡੇ ਹੈਗਾ, ਜਾਂ ਗਰੀਬਾਂ 'ਚ ਜ਼ਿਆਦਾ ਹੁੰਦਾ। ਸਵਾਲ ਇਹ ਹੈ ਭ੍ਰਿਸ਼ਟਾਚਾਰ ਦੀ ਮਾਨਸਿਕਤਾ ਕਿੱਥੋਂ ਪੈਦਾ ਹੁੰਦੀ ਹੈ? ਭ੍ਰਿਸ਼ਟਾਚਾਰ ਦੀ ਮਾਨਸਿਕਤਾ ਪੈਦਾ ਹੁੰਦੀ ਹੈ ਪੈਸੇ ਇਕੱਠੇ ਕਰਨ 'ਚੋਂ। ਉਹ ਵੀ ਕਰਦੇ ਨੇ, ਉਹਨਾਂ ਨੇ ਵੀ ਵੱਡਿਆਂ ਕਾਰਪੋਰੇਟਾਂ ਨੇ ਪੈਸਾ ਇਕੱਠਾ ਕਰਨਾ, ਥੱਲੇ ਵਾਲਿਆਂ ਨੇ ਵੀ। ਦੂਜੀ ਪੈਦਾ ਹੁੰਦੀ ਹੈ ਜਦ ਕੰਮ ਠੀਕ ਨਾ ਕਰਿਆ ਜਾਵੇ, ਸਮੇਂ ਸਿਰ ਨਾ ਕਰਿਆ ਜਾਵੇ। ਉਹ ਗੱਲ ਉੱਥੇ ਫਰਕ ਹੈ। ਉਹਨਾਂ ਦੇਸ਼ਾਂ ਦੇ ਵਿੱਚ ਕੰਮ ਤੇਜ਼ੀ ਨਾਲ ਹੁੰਦੇ ਨੇ,
ਇਸ ਕਰਕੇ ਉਹਨਾਂ ਕੰਮਾਂ 'ਚ ਆਮ ਵੀ ਲਾਇਸੈਂਸ ਲੈਣਾ ਜੀ, ਤੁਸੀਂ ਕੋਈ ਦੁਕਾਨ ਤੋਂ ਸੌਦਾ ਲੈਣਾ ਜੀ, ਤੁਸੀਂ ਕੋਈ ਬਿੱਲ ਲੈਣਾ ਜੀ, ਤੁਸੀਂ ਕੋਈ ਗੱਡੀ ਲੈਣੀ ਹੈ, ਤੁਸੀਂ ਡੀਜ਼ਲ ਪਾਉਣਾ, ਉਹਦੇ 'ਚ ਭ੍ਰਿਸ਼ਟਾਚਾਰ ਨਹੀਂ ਹੁੰਦਾ, ਕਿਉਂਕਿ ਉੱਥੇ ਕੰਮ ਤੇਜ਼ੀ ਨਾਲ ਹੁੰਦਾ ਹੈ, ਕਲੀਨ ਹੁੰਦਾ ਹੈ। ਸਾਡੇ ਉਹ ਵੀ ਕਿਉਂਕਿ ਉਹਦੇ 'ਚ ਵੀ ਸੁਸਤੀ ਲਾਈ ਹੋਈ ਹੈ। ਹੁਣ ਸਾਡੇ ਉਹਦੇ 'ਚ ਸੁਸਤੀ ਇੱਕ ਹੋਰ ਨਵੀਂ ਆ ਗਈ ਕਿ ਸਾਡਾ ਜਿਹੜਾ ਸੀਟ ਤੇ ਬੈਠਾ ਉਹਨੂੰ ਸੱਚੀ ਮੁੱਚੀ ਕੰਮ ਨਹੀਂ ਆਉਂਦਾ। ਉਹ ਜਿਵੇਂ ਯੂਨੀਵਰਸਿਟੀ 'ਚ ਬੈਠਾ ਨਾਮ ਹੀ ਗਲਤ ਲਿਖ ਦਿੰਦਾ, ਕਿਉਂਕਿ ਉਹਨੂੰ ਸਪੈਲਿੰਗ ਲਿਖਣੀ ਨਹੀਂ ਆਉਂਦੇ, ਉਹ ਨਾਮ ਗਲਤ ਲਿਖ ਦਿੰਦਾ, ਪਿੱਛੋਂ ਬੱਚਾ ਘੁੰਮਦਾ ਰਹਿੰਦਾ। ਇਸੇ ਤਰ੍ਹਾਂ ਜੇ ਕਿਤੇ ਕੋਈ ਵੋਟਰ ਬਣਨੀ ਹੋ ਉੱਥੇ ਇੱਦਾਂ ਹੀ ਗਲਤੀ ਕਰਦਾ, ਉਹ ਕਿਸੇ ਦਾ ਲਾਇਸੈਂਸ ਬਣਾਉਣਾ ਉੱਥੇ ਇਹੋ ਜਿਹੀ ਗਲਤੀ ਕਰ ਦਿੰਦਾ, ਕਿਸੇ ਦਾ ਕੋਈ ਆਧਾਰ ਕਾਰਡ ਬਣਾਉਣਾ ਉਹਦੇ 'ਚ ਇਹੋ ਜਿਹੀ ਗਲਤੀ ਕਰ ਦਿੰਦਾ, ਮੁੜ ਕੇ ਉਹ ਵਿਚਾਰਾ ਚੱਕਰ 'ਚ ਪਿਆ ਰਹਿੰਦਾ। ਕਿਸੇ ਡਾਕਖਾਨੇ 'ਚ ਕੰਮ ਕਰਾਉਣਾ ਉੱਥੇ ਗਲਤੀ ਕਰ ਦਿੰਦਾ, ਬੈਂਕ 'ਚ ਗਲਤੀ ਕਰ ਦਿੰਦਾ। ਔਰ ਮੇਰੇ ਨਾਲ ਰੋਜ਼ ਵਾਪਰਦੀਆਂ ਨੇ, ਮੈਂ ਰੋਜ਼ ਇਹਨਾਂ ਦੀਆਂ ਸ਼ਿਕਾਇਤਾਂ ਵੀ ਕਰਦਾ, ਕਿਉਂਕਿ ਉਹਨਾਂ ਨੂੰ ਕੰਮ ਹੀ ਨਹੀਂ ਆਉਂਦਾ, ਕੰਮ ਆਉਂਦਾ ਨਹੀਂ, ਐਰੋਗੈਂਟ ਉਹ ਹੈਗੇ ਨੇ, ਉਤਲਾ ਪੁੱਛਦਾ ਨਹੀਂ ਡਰਦਾ ਉਹ ਤੋਂ ਵੀ ਇਹ ਟ੍ਰੇਡ ਯੂਨੀਅਨ 'ਚ ਇਕੱਠੇ ਨਾ ਹੋ ਜਾਣ। ਸੋ ਇਸ ਕਰਕੇ ਸਾਡੇ ਭ੍ਰਿਸ਼ਟਾਚਾਰ ਦੋ ਗੱਲਾਂ ਕਰਕੇ ਉਹਨਾਂ ਨੂੰ ਜ਼ਿਆਦਾ ਹੈ ਕਿ ਇੱਕ ਤਾਂ ਸਾਡੇ ਕੰਮ ਨਹੀਂ ਤੇਜ਼ੀ ਨਾਲ ਹੋ ਰਿਹਾ, ਦੂਜੇ ਹੁਣ ਸਾਡੇ ਲੋਕਾਂ ਨੂੰ ਕੰਮ ਆਉਂਦਾ ਵੀ ਨਹੀਂ ਤੇ ਉਹਨੂੰ ਨਾ ਆਉਣ ਦੀ, ਗਲਤ ਕੰਮ ਕਰਨ ਦੀ ਕੋਈ ਸਜ਼ਾ ਵੀ ਨਹੀਂ। ਇਸ ਕਰਕੇ ਸਾਡੇ ਛੋਟੇ ਛੋਟੇ ਕੰਮਾਂ 'ਚ ਭ੍ਰਿਸ਼ਟਾਚਾਰ ਹਰ ਬਚਦਾ ਹੈ। ਸੜਕ ਤੇ ਜਾਂਦੇ ਆ ਤੁਸੀਂ, ਆ ਚੰਡੀਗੜ੍ਹ 'ਚ ਕੈਮਰੇ ਲਾਏ ਹੋਏ ਨੇ, ਠੀਕ ਹੈ, ਕੋਈ ਕਹਿੰਦਾ ਨਾ ਵੀ ਜੀ ਛੋਟੇ ਸ਼ਹਿਰਾਂ 'ਚ ਪੁਲਿਸ, ਚੰਡੀਗੜ੍ਹ ਦੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਕਦੇ ਇਨਵੈਸਟੀਗੇਟ ਕਰ ਲਿਓ ਵੀ ਇੱਥੇ ਭ੍ਰਿਸ਼ਟਾਚਾਰ ਕਿੰਨਾ ਹੈ, ਫਿਰ ਤੁਹਾਨੂੰ ਪਤਾ ਲੱਗ ਜੂਗਾ। ਕੈਮਰੇ ਹੈਗੇ ਨਾ ਹੁਣ ਤਾਂ ਉਸੇ, ਇਹਦੇ ਬਾਵਜੂਦ ਭ੍ਰਿਸ਼ਟਾਚਾਰ ਪੁਲਿਸ ਵਾਲੇ, ਟ੍ਰੈਫਿਕ ਪੁਲਿਸ ਕਿਵੇਂ ਕਰਦੀ ਹੈ ਇਹ ਤੁਹਾਨੂੰ ਪਤਾ ਲੱਗ ਜੂ। ਕਿਉਂਕਿ ਮੈਂ ਤਾਂ ਚੰਡੀਗੜ੍ਹ ਜਾਂਦਾ, ਮੈਨੂੰ ਆਪ ਨੂੰ ਤਾਂ ਡਰਾਈਵਿੰਗ ਆਉਂਦੀ ਨਹੀਂ, ਮੈਂ ਤਾਂ ਕਿਸੇ ਆਟੋ 'ਚ ਬੈਠ ਕੇ ਜਾਂਦਾ, ਬੱਸ 'ਚ ਬੈਠ ਕੇ ਜਾਂਦਾ, ਜਾਂ ਕਿਸੇ ਦੋਸਤ ਦੇ ਨਾਲ ਹੁੰਦਾ, ਉੱਥੋਂ ਮੈਨੂੰ ਇਹ ਸਾਰੀਆਂ ਗੱਲਾਂ, ਫਿਰ ਮੈਂ ਅੱਖਾਂ ਖੁੱਲੀਆਂ ਰੱਖਦਾ, ਮੈਨੂੰ ਪਤਾ ਲੱਗਦਾ ਵੀ ਚਾਹ ਕਰ ਰਹੇ ਨੇ। ਇੱਕ ਦਿਨ ਤਾਂ ਇੱਕ ਬੰਦੇ ਨੇ ਇੱਥੇ ਤੱਕ ਕਿਹਾ, ਉਹ ਜਿਹੜੀ ਆ ਹੁੰਦੀ ਹੈ ਨਾ ਬਾਈ ਲੇਨ ਬਣਾਈ ਹੁੰਦੀ ਵੀ ਇੱਧਰ ਦੀ ਲੰਘ ਜੇ, ਸਾਹਮਣੇ ਜਿਹਨੇ ਨਹੀਂ ਜਾਣਾ ਖੱਬੇ ਹੱਥ ਮੁੜਨਾ, ਉਹਦੇ ਉੱਤੇ ਵੀ ਇਹਨਾਂ ਨੇ ਕਿਤੇ ਲਾਈਟ ਲਾਤੀ ਜਾਂ ਕੀ ਕਰਤੀ, ਉਹਨੇ ਉਹ ਦੇਖਿਆ ਨਹੀਂ ਹੋਣਾ, ਉਹ ਐਂ ਕ੍ਰੋਸ ਕਰ ਗਿਆ, ਨਾਲ ਦੀ ਨਾਲ ਉਹਨੂੰ ਰੋਕ ਲਿਆ, ਕਿਤੇ ਲੁਕਿਆ ਖੜਾ ਸੀ ਬੰਦਾ, ਤੇ ਉਹਨੂੰ ਕਹਿੰਦਾ ਵੀ 1000 ਰੁਪਏ ਜੁਰਮਾਨਾ ਹੈ। ਉਹਨੇ ਮੈਨੂੰ ਬਾਅਦ 'ਚ ਉਹਨੇ ਆਖਿਆ ਅੰਦਰ ਬਜ਼ੁਰਗ ਬੈਠੇ ਨੇ, ਉਹਨਾਂ ਨੇ ਮੈਨੂੰ ਇਹੋ ਜਿਹਾ ਕੰਮ ਨਹੀਂ ਕਰਨ ਦੇਣਾ, 1000 ਰੁਪਏ ਹੀ ਨਾ ਤੇਰੇ ਪੱਲੇ ਕੁਛ ਪੈਣਾ ਨਾ ਮੇਰੇ ਪੱਲੇ ਪੈਣਾ। ਉਹ ਬਾਹਰਲਾ ਬੰਦਾ ਸੀ, ਆਇਆ ਸੀ, ਮੈਨੂੰ ਲੈ ਕੇ ਜਾ ਰਿਹਾ ਸੀ ਕਿਤੇ ਪੀਜੀਆਈ ਵੱਲ ਨੂੰ, ਤੇ ਉਹ ਮੈਨੂੰ ਕਹਿੰਦਾ ਅੰਕਲ ਮੈਂ 200 ਰੁਪਇਆ ਦੇ ਕੇ ਛੁੱਟਿਆ ਆ ਹੈ। ਮੈਂ ਯਾਰ ਤੂੰ, ਕਹਿੰਦਾ ਮੈਂ ਆਖਿਆ ਵੀ ਅੰਕਲ ਨੇ ਤਾਂ ਮੇਰੀ ਜੁੱਤੀਆਂ ਮਾਰਨੀਆਂ ਨੇ, ਤੂੰ ਜੇ 200 ਲੈਣਾ ਲੈ ਲੈ, ਨਹੀਂ ਫਿਰ 1000 ਰੁਪਇਆ ਤੋਂ ਨਾ ਤੇਰੇ ਪੱਲੇ ਕੁਛ ਪੈਣਾ ਨਾ ਮੇਰੇ, ਮੈਂ ਤਾਂ ਭਰ ਦੂੰਗਾ, ਮੈਂ ਤਾਂ ਤਕੜਾ ਬੰਦਾ ਹੈ। ਕਹਿੰਦਾ ਉਹਨੇ ਚੁੱਪ ਕਰਕੇ 200 ਰੁਪਇਆ ਲੈ ਲਿਆ। ਇਹ ਮੈਂ ਤੁਹਾਨੂੰ ਤਾਂ ਉਦਾਹਰਨ ਦੱਸੀ ਹੈ ਵੀ ਤੁਸੀਂ ਕਿਤੇ ਮਰਜ਼ੀ ਜਾ ਰਹੋ, ਆ ਚੰਡੀਗੜ੍ਹ ਕੈਮਰੇ ਲੱਗਿਆ ਤੋਂ ਬਾਅਦ ਦੀ ਗੱਲ ਕਰਦਾ ਮੈਂ, ਕੈਮਰੇ ਤੋਂ ਪਹਿਲਾਂ ਦੀ ਨਹੀਂ। ਸੋ ਇਸ ਕਰਕੇ ਆਪਾਂ ਇਸ ਗੱਲ ਨੂੰ ਮੰਨ ਕੇ ਚੱਲੀਏ ਵੀ ਭ੍ਰਿਸ਼ਟਾਚਾਰ ਜਿਹੜਾ ਹੋ ਰਿਹਾ ਹੈ ਉਹ ਕੰਮ ਨਾ ਹੋਣ ਕਰਕੇ, ਪੈਸੇ ਕਾ ਲੁਧਿਆਣੇ 'ਚ ਜਾ ਰਹੋ, ਜਿੰਨੇ ਆਟੋ ਨੇ ਸਾਰੇ ਪੈਸੇ ਦਿੰਦੇ ਨੇ, ਮਹੀਨਾ ਦਿੰਦੇ ਨੇ ਉਹ। ਆ PRTC ਜਾ ਰਹੋ, ਪੰਜਾਬ ਰੋਡਵੇਜ਼ ਜਾ ਰਹੋ, ਜਿੰਨੇ ਜਨਰਲ ਮੈਨੇਜਰ ਨੇ ਉਹਨਾਂ ਕੋਲੇ, ਜੇ ਤੁਸੀਂ ਵਾਲਵੋ 'ਚ ਆਪਦੀ ਡਿਊਟੀ ਲਵਾਉਣੀ ਆ ਤੁਹਾਨੂੰ ਪੈਸੇ ਦੇਣੇ ਪੈਣਗੇ, ਚੰਗੇ ਰੂਟ ਤੇ ਡਿਊਟੀ ਲਵਾਉਣੀ ਆ ਪੈਸੇ, ਜਿਹੜੇ 10-15 ਹਜ਼ਾਰ ਦੇ ਠੇਕੇ ਤੇ ਨੇ ਉਹਨਾਂ ਤੋਂ ਪੈਸੇ ਲੈ ਜਾਂਦੇ ਨੇ। ਤੁਸੀਂ ਸਿਵਲ ਸਰਜਨ ਦੇ ਦਫ਼ਤਰ ਜਾ ਰਹੋ, ਉੱਥੇ ਹਾਜ਼ਰ ਰਹਿਣ ਦੇ ਵੀ ਪੈਸੇ ਨੇ, ਗੈਰ ਹਾਜ਼ਰ ਰਹਿਣ ਦੇ ਵੀ ਪੈਸੇ ਨੇ। ਤੁਸੀਂ DO ਦਫ਼ਤਰ 'ਚ ਜਾ ਰਹੋ, ਉੱਥੇ ਪੈਸੇ ਨੇ, ਤਹਿਸੀਲਦਾਰ ਦੇ ਜਾ ਰਹੋ। ਸੋ ਸਾਡੇ ਕੰਮ ਨਾ ਕਰਨ ਦੇ ਪੈਸੇ ਨੇ, ਕੰਮ ਕਰਨ ਦੇ ਪੈਸੇ ਨਹੀਂ ਹੈਗੇ, ਕੰਮ ਤਾਂ ਕਰਨਾ ਹੀ ਨਹੀਂ। ਫਿਰ ਕੰਮ ਗਲਤ ਹੋਵੇ ਠੀਕ ਹੋਵੇ, ਪੈਸੇ ਦੇ ਤਾਂ ਕੰਮ ਉਹ ਕਰ ਦੇਣਾ, ਕਿ ਜੇ ਪੈਸੇ ਨਹੀਂ ਦਿੱਤੇ ਜਿੰਨਾ ਮਰਜ਼ੀ ਉਹ ਠੀਕ ਆ, ਉਹ ਕੰਮ ਨਹੀਂ ਹੋਣਾ। ਉੱਤੇ ਤੁਸੀਂ ਸ਼ਿਕਾਇਤ ਕਰ ਦਿਓ, ਥੋੜੀ ਸੁਣਨੀ ਨਹੀਂ ਕਿਸੇ ਨੇ, ਤੁਹਾਨੂੰ ਪੁੱਛਣਾ ਹੀ ਨਹੀਂ ਕਿਸੇ ਨੇ। ਹੁਣ ਜਦ ਉੱਤੇ ਤੱਕ ਪੁੱਛਿਆ ਨਹੀਂ ਜਾਂਦਾ, ਜੇ ਤੁਸੀਂ ਮੰਤਰੀ ਤੱਕ ਵੀ ਸ਼ਿਕਾਇਤ ਕਰਤੀ, ਪੁੱਛਿਆ ਨਹੀਂ ਜਾਂਦਾ, ਮੈਂ ਡਾਕਖਾਨੇ ਨੇ ਕਈ ਵਾਰੀ ਉੱਤੇ ਕੇਂਦਰ ਦੇ ਮੰਤਰੀ ਤੱਕ ਵੀ ਸ਼ਿਕਾਇਤ ਕਰੀ ਵੀ ਇਹਦਾ ਜਵਾਬ ਦਿਓ, ਨਹੀਂ ਦੇਣਗੇ ਤੁਹਾਨੂੰ ਜਵਾਬ, ਕੀ ਕਰੋਗੇ ਤੁਸੀਂ ਇਨਕਮ ਟੈਕਸ ਭਰਨਾ ਹੈ, ਤੁਹਾਡਾ ਉੱਥੋਂ ਵਿਆਜ ਆਇਆ ਹੈ, ਉਹ ਤੁਹਾਨੂੰ ਵਿਆਜ ਦੀ ਗਿਣਤੀ ਨਹੀਂ ਦੱਸਦੇ ਵੀ ਕਿੰਨਾ ਵਿਆਜ ਦਿੱਤਾ ਤੁਹਾਨੂੰ ਅਸੀਂ, ਕਾਹਦੀ ਤੁਸੀਂ ਇਨਕਮ ਟੈਕਸ ਕਿਵੇਂ ਭਰੋਗੇ? ਨਾ ਟੈਕਸ ਕੱਟਦੇ ਨੇ ਉੱਤੇ, ਨਾ ਉਹਨਾਂ ਨੇ ਟੈਕਸ ਕੱਟਣਾ ਹੈ ਜਿਹੜੀ ਕਿ ਉਹਨਾਂ ਦੀ ਡਿਊਟੀ ਹੈ, ਨਾ ਉਹਨਾਂ ਨੇ ਤੁਹਾਨੂੰ ਸਟੇਟਮੈਂਟ ਦੇਣੀ ਹੈ ਵੀ ਤੁਹਾਨੂੰ ਭਾਈ ਕਿੰਨਾ ਵਿਆਜ ਦਿੱਤਾ ਹੈ, ਤੇ ਤੁਸੀਂ ਕਿਵੇਂ ਭਰੋਗੇ? ਫਿਰ ਜਿਹੜਾ ਤੁਹਾਡੇ ਉੱਥੇ ਦਿੱਲੀ ਦੇ ਫਾਰਮ 'ਚੋਂ ਆ ਗਿਆ, ਉਹ ਬੰਗਲੌਰ ਦੇ 'ਚੋਂ, ਉਹਨਾਂ ਤੁਸੀਂ ਭਰ ਦੋਗੇ, ਬਾਅਦ ਤੁਹਾਨੂੰ ਕਹਿਣਗੇ ਚੋਰ ਹੋ। ਮੇਰੀ ਆਦਤ ਹੈ, ਕਿਉਂਕਿ ਮੈਂ ਲਿਖ ਕੇ ਪੁੱਛਾਂ ਵੀ ਲਿਖ ਕੇ ਜਵਾਬ ਦਿਓ, ਫਿਰ ਮੇਰੇ ਕੋਲ ਮਸਾਂ ਲਿਖ ਕੇ ਆਉਂਦਾ ਹੈ। ਫਿਰ ਕੀ ਕਰਦੇ ਨੇ, ਉਹ ਦੁੱਗਣਾ ਪਾ ਦਿੰਦੇ ਨੇ, ਫਿਰ ਉਹਨੂੰ ਠੀਕ ਕਰਾਉਂਦੇ ਫਿਰਦੇ ਨੇ, ਕਿਉਂਕਿ ਆਉਂਦਾ ਤਾਂ ਕੰਮ ਹੈ ਨਹੀਂ, ਨਾ ਇਹਨਾਂ 'ਚ ਇਮਾਨਦਾਰੀ ਹੈ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਮੇਰਾ ਸਾਰੇ ਮਹਿਕਮੇ ਨਾਲ ਵਾਹ ਪੈਂਦਾ, ਇਨਐਫੀਸ਼ੀਐਂਟ ਨੇ, ਅਫਸਰ ਗੈਰ ਜ਼ਿੰਮੇਵਾਰ ਨੇ, ਭੋਰਾ ਕੰਮ ਕਰਨ ਨੂੰ ਤਿਆਰ ਨਹੀਂ, ਤੁਹਾਨੂੰ ਜਾ ਕੇ ਲੜਨਾ ਪੈਂਦਾ। ਜਦ ਕਿਸੇ ਅਫਸਰ ਦੇ ਸਾਹਮਣੇ ਆ ਗਈ ਚਿੱਠੀ ਵੀ ਭਾਈ ਇਹ ਗਲਤ ਕੰਮ ਹੋ ਗਿਆ, ਉਹ ਹੋਰ ਕੁਝ ਨਾ ਕਰੇ, ਉਹਨੂੰ ਠੀਕ ਤਾਂ ਕਰ ਦੇ। ਜੇ ਉਹਨੂੰ ਉਹ ਠੀਕ ਨਹੀਂ ਕਰਾਉਂਦਾ, ਚੁੱਪ ਰਹਿੰਦਾ ਹੈ, ਘੇਸਲ ਵੱਟ ਕੇ ਬੈਠ ਜਾਂਦਾ ਹੈ, ਤਾਂ ਉਹ ਜ਼ਿੰਮੇਵਾਰ ਹੋਇਆ ਕਿ ਨਾ ਹੋਇਆ ਅਫਸਰ? ਜਾ ਰਹੋ ਤੁਸੀਂ ਜਿਹੜੇ ਮਰਜ਼ੀ ਮਹਿਕਮੇ ਜਾ ਰਹੋ। ਸੋ ਇਸ ਕਰਕੇ ਆਪਾਂ ਭ੍ਰਿਸ਼ਟਾਚਾਰ ਨੂੰ ਐ ਨਾ ਲਈਏ, ਨਾ ਤਾਂ ਇਹ ਹੈ ਵੀ ਸਾਡੇ ਮੁਲਕ 'ਚ ਹੀ ਜ਼ਿਆਦਾ ਹੈ, ਦੂਜਿਆਂ ਦੀ, ਬਸ ਸਿਰਫ ਇਹ ਹੈ ਵੀ ਰੋਜ਼ਾਨਾ ਜੀਵਨ ਦੇ ਵਿੱਚ, ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਉਹਨਾਂ ਮੁਲਕਾਂ 'ਚ ਭ੍ਰਿਸ਼ਟਾਚਾਰ ਨਹੀਂ ਹੈ ਜਾਂ ਬਹੁਤ ਥੋੜ੍ਹਾ ਹੈ, ਸਾਡੇ ਬਹੁਤ ਜ਼ਿਆਦਾ ਹੈ।
ਇਹ ਸੱਚ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਵਿਚਾਰ ਰੱਖਣ ਦੇ ਲਈ ਧੰਨਵਾਦ। ਸ਼ੁਕਰੀਆ।